ਹਾਜ਼ਰ ਹੈ ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਚੱਜ ਦਾ ਵਿਚਾਰ ਲੈ ਕੇ ਹਾਜ਼ਰ ਹਾਂ ਤੇ ਹਰ ਰੋਜ਼ ਦੀ ਤਰ੍ਹਾਂ ਮੈਡਮ ਹਰਮਨ ਜੀ ਨਾਲ ਨੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਟਾਣਾ ਸਾਹਿਬ। ਬਹੁਤ ਵਧੀਆ, ਚੜ੍ਹਦੀ ਕਲਾ, ਜ਼ਿੰਦਾਬਾਦ। ਬਹੁਤ ਵਧੀਆ ਗੱਲ ਹੈ, ਇਦਾਂ ਹੀ ਹੋਣਾ ਚਾਹੀਦਾ। ਮੌਸਮ ਕਿਵੇਂ ਹੈ? ਬਹੁਤ ਵਧੀਆ ਮੌਸਮ ਤਾਂ ਅੱਜ ਸੋਹਣੀ ਸੋਹਣੀ ਧੁੱਪ ਨਿਕਲੀ ਆ। ਹਾਂ, ਜਲੰਧਰ ਦੇ ਵਿੱਚ ਬੜੀ ਪਿਆਰੀ ਜਿਹੀ ਧੁੱਪ ਨਿਕਲੀ ਆ। ਜੀ ਜੇ ਤੁਸੀਂ ਸ਼ੀਸ਼ੇ ਦੇ ਮੂਹਰੇ ਬੈਠ ਕੇ ਸੇਕੋ ਤਾਂ ਚਿੱਤ ਨਹੀਂ ਕਰਦਾ ਵੀ ਉੱਠ ਗਏ, ਇੰਨਾ ਕੁ ਨਿੱਘਾ ਜਿਹਾ ਲੱਗਦਾ ਮਾਹੌਲ। ਸੋ ਮੌਸਮ ਵਿਭਾਗ ਨੇ ਵੈਸੇ ਇਹ ਗੱਲ ਕਹੀ ਆ, ਉਹ ਕਹਿੰਦੇ ਵੀ 2-3 ਦਿਨ ਪੰਜਾਬ ਦੇ ਵਿੱਚ ਬਰਫ਼ ਭਰੀ ਹਵਾ ਚੱਲਣੀ ਆ। ਓਏ ਹੋਏ। ਤੇ ਕਹਿੰਦੇ ਰਾਤ ਦਾ ਪਾਰਾ ਜਿਹੜਾ ਉਹ ਆਉਂਦੇ 3 ਦਿਨ 3 ਤੋਂ ਲੈ ਕੇ 4 ਡਿਗਰੀ ਤੱਕ ਹੋਰ ਲੁੜਕਣਾ ਹੈਗਾ। ਸੋ ਠੰਡ ਬਹੁਤ ਆ, ਬਚਾਅ ਦੇ ਵਿੱਚ ਬਚਾਅ। ਤੁਹਾਨੂੰ ਯਾਦ ਹੈ ਕਿ ਕੱਲ ਸ਼ਾਮ ਇੱਕਦਮ ਹੀ ਠੰਡ ਬਹੁਤ ਜ਼ਿਆਦਾ ਵੱਧ ਗਈ ਸੀ ਔਰ ਬਾਹਰ ਨਿਕਲਦੇ ਸੀ ਜਦੋਂ ਘਰ ਦੇ ਵਿੱਚੋਂ ਤਾਂ ਹੱਥ ਆਪਣੇ ਆਪ ਸੁੰਨ ਹੋ ਰਹੇ ਸੀ, ਠੰਡੀ ਹਵਾ ਵਗ ਰਹੀ ਸੀ ਔਰ ਇੱਕਦਮ ਠੰਡ ਜਿਹੜੀ ਬਹੁਤ ਜ਼ਿਆਦਾ ਵੱਧ ਗਈ ਸੀ। ਨਹੀਂ, ਬਿਲਕੁਲ ਤੁਹਾਡੀ ਗੱਲ ਸਾਰੀ ਸਹੀ ਆ, ਪਰ ਹੱਥ ਆਪਣੇ ਆਪ ਹੀ ਸੁੰਨ ਹੁੰਦੇ ਆ, ਕੋਈ ਕਿਸੇ ਦੇ ਕਰਕੇ ਨਹੀਂ ਜਾਂਦਾ। ਪਿੰਡਾ ਆਪਣੇ ਆਪ ਹੀ ਸੁੰਨ ਹੁੰਦਾ, ਸਿਰ ਕਈ ਵਾਰ ਸੁੰਨ ਜਾ ਹੋ ਜਾਂਦਾ, ਇਹ ਆਪਣੇ ਆਪ ਹੀ ਹੁੰਦਾ ਸਾਰਾ ਕੁਝ। ਮੇਰੇ ਕਹਿਣ ਦਾ ਮਤਲਬ ਇਹ ਸੀ ਕਿ ਅੱਗੇ ਤਾਂ ਇਹ ਹੁੰਦਾ ਨਾ ਵੀ ਤੁਸੀਂ ਜੇ ਬਾਹਰ ਨਿਕਲੋਗੇ ਘਰੋਂ ਤਾਂ ਤੁਹਾਨੂੰ 2-3 ਮਿੰਟ ਜਿਹੜੇ ਨੇ ਹੱਥ ਸੁੰਨ ਹੋਣ ਨੂੰ ਲੱਗਣਗੇ, ਆਖਰ ਤਾਪਮਾਨ ਹੈ ਸਰੀਰ ਦਾ, ਪਰ ਕੱਲ ਤਾਂ ਇੱਕਦਮ ਹੀ ਸੁੰਨ ਹੋ ਰਹੇ ਸੀ। ਕੱਲ ਸਰੀਰ ਨਹੀਂ ਹੁੰਦਾ, ਸਰੀਰ, ਸੱਸੇ ਪੈਰ ਬਿੰਦੀ ਨਹੀਂ ਪਾਉਣੀ। ਮੈਂ ਕੁਝ ਕਹਿਣਾ ਹੀ ਨਹੀਂ। ਠੀਕ ਹੈ ਜੀ। ਕਈ ਬੰਦੇ ਨਾ ਜਦੋਂ ਖਬਰ ਲਿਖਦੇ ਆ ਅਖਬਾਰ ਦੇ ਵਿੱਚ, ਉਹਨਾਂ ਨੇ ਕਿਹਾ ਹੁੰਦਾ ਉਹਨਾਂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ, ਇੱਥੇ ਉਹਨਾਂ ਨੇ ਵਿਚਾਰ ਪ੍ਰਗਟ ਕਰਦਿਆਂ ਕਿਹਾ। ਆਪਣੇ ਦਾ ਮਤਲਬ ਕੀ ਹੋਇਆ? ਉਹ ਆਪਣੇ ਹੀ ਕਰ ਰਹੇ, ਧਾਰੇ ਲੈ ਕੇ ਆਏ ਆ ਜੀ। ਆਪਾਂ ਕੋਈ ਹੋਰ ਗੱਲ ਕਰਨੀ ਹੋਏ, ਦੇਖੋ ਮੌਸਮ ਬਹੁਤ ਪਿਆਰਾ ਹੈਗਾ ਤੇ ਭਾਈ ਬਚਾਅ ਦੇ ਵਿੱਚ ਬਚਾਅ। ਠੰਡ ਆ ਜਿਹੜੀ ਉਹ ਲਗਾਤਾਰ ਅੱਗੇ ਵਧ ਰਹੀ ਆ। ਸੋ ਜੇਕਰ ਤੁਹਾਡੇ ਵਾਲੇ ਪਾਸੇ ਵੀ ਧੁੱਪ ਨਿਕਲੀ ਆ ਤਾਂ ਸਾਨੂੰ ਜ਼ਰੂਰ ਦੱਸਿਓ ਜੀ। ਹੋਰ ਕੁਝ ਨਹੀਂ? ਠੀਕ ਆ ਸਭ ਕੁਝ। ਨਹੀਂ ਕਰ ਲੋ। ਨਹੀਂ, ਮੈਂ ਫੇਰ ਕੁਝ ਗਲਤ ਬੋਲੂੰਗੀ, ਮੈਨੂੰ ਆਪਣੇ ਆਪ ਤੇ ਮਾਣ ਆ ਤੇ ਤੁਸੀਂ ਮੈਨੂੰ ਰੋਕੋਗੇ ਤੇ ਮੇਰੀ ਗੱਲ ਜਿਹੜੀ ਆ ਉਹ ਵਿੱਚ ਹੀ ਰਹਿ ਜਾਊਗੀ ਤੇ ਮੈਂ ਭੁੱਲ ਜੂੰਗੀ। ਨਹੀਂ, ਹੁਣ ਤੁਸੀਂ ਗੱਲ ਕਰੋ। ਨਹੀਂ, ਤੁਸੀਂ ਦੇਖ ਲਓ ਟਾਣਾ ਸਾਹਿਬ। ਦੇਖੋ ਵੀ ਅੱਜ ਨਾ ਮੈਨੂੰ ਹੁਣ ਚੱਜ ਦਾ ਵਿਚਾਰ ਸੁਝਿਆ। ਆ ਜਾਓ ਸੁਣਾ ਦਿਓ। ਚੱਜ ਦਾ ਸੁਣਾ ਦਿਓ। ਗੁੱਸਾ ਨਾ ਕਰੋ। ਉਹ ਗੁੱਸਾ ਨਹੀਂ, ਮੈਂ ਤਾਂ ਗੱਲ ਭੁੱਲ ਗਈ ਆ। ਸਾਰੇ ਟੱਬਰ ਦੇ ਜੀ ਬੈਠੇ ਆਪਣੇ। ਉਹ ਮੈਂ ਤਾਂ ਗੱਲ ਭੁੱਲ ਗਈ ਆ ਤਾਂ ਕਹਿ ਰਹੀ ਆ ਵੀ ਸੁਣਾ ਦਿਓ। ਦੇਖੋ ਚੱਜ ਦਾ ਵਿਚਾਰ ਇਹ ਆ ਵੀ ਜਦੋਂ ਤੁਸੀਂ ਸਫਲਤਾ ਦੀਆਂ ਪੌੜੀਆਂ ਚੜ੍ਹ ਰਹੇ ਹੋ, ਲਗਾਤਾਰ ਤਾਂ ਨੂੰ ਜਾ ਰਹੇ ਹੋ, ਤੁਸੀਂ ਮੰਜ਼ਿਲ ਦੇ ਵੱਲ ਪਹੁੰਚ ਰਹੇ ਹੋ, ਤੁਹਾਨੂੰ ਸਫਲਤਾ ਚਾਰੇ ਪਾਸਿਓਂ ਮਿਲ ਰਹੀ ਹੋਵੇ, ਉਸ ਵਕਤ ਤੁਸੀਂ ਪਿੱਛੇ ਰਹਿ ਗਏ ਲੋਕਾਂ ਨੂੰ ਕਦੇ ਭੁੱਲੋ ਨਾ, ਮਾੜਾ ਵਿਹਾਰ ਨਾ ਕਰੋ। ਉਹਨਾਂ ਨੂੰ ਮਿਲ ਕੇ ਜਾਓ, ਜੱਫੀਆਂ ਪਾ ਕੇ ਜਾਓ, ਉਹਨਾਂ ਦਾ ਆਸ਼ੀਰਵਾਦ ਲੈ ਕੇ ਜਾਓ, ਪਿਆਰ ਦੇ ਗੱਫੇ ਲੈ ਕੇ ਜਾਓ। ਕਿਉਂਕਿ ਜਿਸ ਦਿਨ ਤੁਹਾਡਾ ਮਾੜਾ ਸਮਾਂ ਸ਼ੁਰੂ ਹੋ ਗਿਆ, ਤੁਸੀਂ ਉੱਤੋਂ ਰੁੜਨਾ ਸ਼ੁਰੂ ਕਰਤਾ, ਇਹ ਲੋਕ ਤੁਹਾਨੂੰ ਫਿਰ ਰਾਹ ਦੇ ਵਿੱਚ ਮਿਲਣਗੇ, ਫਿਰ ਇਹਨਾਂ ਨੇ ਤੁਹਾਨੂੰ ਬਚਾਉਣਾ, ਆਪਣੇ ਨਾਲ ਰਲਾਉਣਾ। ਜੀ। ਅਮਿਤਾਭ ਬੱਚਨ ਵਾਲੀ ਗੱਲ ਨਹੀਂ ਸੁਣਾਉਂਗੇ? ਨਹੀਂ, ਉਹ ਪਤਾ ਸਾਰਿਆਂ ਨੂੰ। ਸੁਣਾ ਦਿਆ। ਲਓ ਜੀ, ਅਮਿਤਾਭ ਬੱਚਨ ਹੋਰਾਂ ਨੇ ਵੀ ਇੱਕ ਵਾਰੀ ਇਹ ਗੱਲ ਕਹੀ ਸੀ, ਇੱਕ ਕਿਤਾਬ ਦੇ ਵਿੱਚ ਲਿਖਿਆ ਉਹਨਾਂ ਨੇ। ਉਹ ਕਹਿੰਦੇ ਵੀ ਜਦੋਂ ਮੈਂ ਸਿਖਰ ਦੇ ਉੱਤੇ ਪਹੁੰਚ ਰਿਹਾ ਸੀ ਨਾ, ਮੈਂ ਸਾਰੇ ਬੰਦਿਆਂ ਦੇ ਨਾਲ ਵਧੀਆ ਤਰੀਕੇ ਨਾਲ ਵਿਹਾਰ ਕਰਦਾ ਗਿਆ। ਫਿਰ ਉਸ ਤੋਂ ਬਾਅਦ ਜਦੋਂ ਮੇਰੀਆਂ ਫਿਲਮਾਂ ਡਿੱਗਣੀਆਂ ਸ਼ੁਰੂ ਹੋਈਆਂ, ਇਹ ਰਾਹ ਦੇ ਵਿੱਚ ਜਿਹੜੇ ਬੰਦਿਆਂ ਨੂੰ ਮੈਂ ਵਧੀਆ ਮਿਲ ਕੇ ਗਿਆ ਸੀ, ਇਹਨਾਂ ਨੇ ਮੈਨੂੰ ਬਚਾ ਲਿਆ। ਉਹ ਕਹਿੰਦੇ ਵੀ ਯਾਰ ਆਪਣਾ ਮਿੱਤਰ ਆ, ਅੱਜ ਮਾੜੇ ਦਿਨ ਆ, ਇਹਦੇ ਉੱਤੇ ਪੈਸੇ ਪੂਸੇ ਲੱਗ ਗਏ, ਇਹਨੂੰ ਫੇਰ ਚਲਾ ਗਿਆ, ਮੈਂ ਫੇਰ ਚੱਲ ਗਿਆ। ਜੀ। ਹੁਣ ਮੈਂ ਚਾਹੀਦਾ ਵਿਚਾਰ ਸੁਣਾਵਾਂ। ਜਿਹੜਾ ਮੈਂ ਚਾਹੀਦਾ ਵਿਚਾਰ ਲੈ ਕੇ ਗਿਆ ਸਿਰਫ 2 ਸਤਰਾਂ ਦਾ। 17 ਹੀ ਹੁੰਦੀਆਂ ਨੇ। ਹਾਂਜੀ ਜੀ। ਤੇ ਬਹੁਤ ਛੋਟਾ ਜਿਹਾ ਤੇ ਸਪਸ਼ਟ ਚਾਹੀਦਾ ਵਿਚਾਰ ਹੈ। ਕਹਿੰਦੇ ਕਿਸਮਤ ਹਮੇਸ਼ਾ ਮਿਹਨਤ ਦੇ ਨਾਲ ਬਦਲਦੀ ਹੈ। ਕਿਸਮਤ ਹਮੇਸ਼ਾ ਮਿਹਨਤ ਦੇ ਨਾਲ ਹੀ ਬਦਲਦੀ ਹੈ। ਕੱਲਾ ਬੈਠ ਕੇ ਸੋਚਣ ਨਾਲ ਕਦੇ ਨਹੀਂ ਦਰਵਾਜ਼ੇ ਖੁੱਲਦੇ। ਬਿਲਕੁਲ ਸਹੀ ਗੱਲ ਹੈ। ਰਜਾਈ 'ਚ ਬੈਠ ਕੇ ਇਨਕਲਾਬ ਬਿਲਕੁਲ ਨਹੀਂ ਆਉਂਦੇ। ਕੱਲਾ ਬੈਠੇ ਰਹਿਗੇ ਵੀ ਐ ਹੋ ਜਾਣਾ ਚਾਹੀਦਾ, ਮੇਰੇ ਖਿਆਲ ਦੇ ਮੁਤਾਬਕ ਨਾ ਐਵੇਂ ਤਾਂ ਹੋਣਾ ਹੀ ਚਾਹੀਦਾ। ਉਹ ਬੰਦਾ ਗਲਤ ਆ ਮੇਰੇ ਖਿਆਲ ਦੇ ਮੁਤਾਬਕ, ਉਹ ਤੋਂ ਬਚਣਾ ਚਾਹੀਦਾ। ਐ ਬੈਠੇ ਨਾ ਕੁਛ ਨਹੀਂ ਹੁੰਦਾਗਾ, ਕੁਝ ਨਾ ਕੁਝ ਕਰੋ, ਆਪ ਉੱਠੋ। ਜੇ ਤੁਹਾਨੂੰ ਇਹ ਲੱਗਦਾ ਵੀ ਫਲਾਣੇ ਬੰਦੇ ਨੇ ਕੰਮ ਬਿਲਕੁਲ ਨਹੀਂ ਸਹੀ ਕੀਤਾ, ਨਗੋਚ ਨਾ ਕੱਢੋ, ਆਪ ਜਾ ਕੇ ਉਸ ਤੋਂ ਵੱਡਾ ਕਰ ਦਿਓ। ਬਿਲਕੁਲ ਤੁਹਾਡੀ ਖਬਰ ਉਸ ਤੋਂ ਵੱਡੀ ਬਣੇ। ਪਰ ਜੇ ਘਰੇ ਬੈਠੇ ਕਰਿਓ ਉਹ ਨਹੀਂ ਕੁਛ ਕੰਮ ਦਾ, ਇਹਨੂੰ ਨਹੀਂ ਕਰਨਾ ਆਉਂਦਾ, ਐ ਨਹੀਂ ਗੱਲ ਬਣਦੀ। ਟਾਣਾ ਸਾਹਿਬ ਅੱਜ ਖਾਦਾ ਕੀ ਸੀ ਸਵੇਰੇ? ਕੀ ਹੋਇਆ? ਵੈਸੇ ਪੁੱਛ ਰਹੀ ਹਾਂ, ਜਾਣਕਾਰੀ ਲਈ। ਮੈਂ ਤਾਂ ਭਾਈ 6 ਮੋਰੀਆਂ ਵਾਲਾ ਬਿਸਕੁਟ ਖਾਦਾ ਚਾਹ ਦੇ ਨਾਲ। ਅੱਛਾ ਜੀ। 3 ਬਿਸਕੁਟ ਖਾਦੇ। ਝੂਠ ਨਾ ਬੋਲੋ, ਚਾਹ ਤੋਂ ਮੈਨੂੰ ਚੇਤਾ ਆ ਗਿਆ, ਕੇਕ ਰਸ ਖਾਦੇ ਮੇਰੇ ਸਾਹਮਣੇ। ਕੇਕ ਰਸ ਵੀ? ਹਾਂ, ਉਹ ਤਾਂ ਬੜੇ ਸਵਾਦ ਹੁੰਦੇ ਆ ਜੀ। ਮੈਂ ਰੋਟੀ 'ਚ ਪੁੱਛਿਆ ਸੀ। ਰੋਟੀ 'ਚ? ਦਾਲ ਰੋਟੀ। ਕਿਹੜੀ ਦਾਲ ਸੀ ਐਸੀ? ਪੀਲੀ। ਇਹ ਪੀਲੀ ਯੈਲੋ ਦਾਲ। ਓਕੇ। ਤੁਸੀਂ ਵੀ ਪੀਲੀ ਤੇ ਕਾਲੀ ਦਾਲ ਤੇ ਆ ਗਏ ਹੋ। ਨਾ ਨਹੀਂ ਦੱਸਾਂਗੇ ਵੀ ਮਸਰਾਂ ਦੀ ਸੀ, ਮੂੰਗੀ ਦੀ ਸੀ। ਮੂੰਗੀ ਮਸਰਾ ਪੀਲੀ ਦਾਲ। ਅੱਛਾ ਜੀ। ਤੇ ਮਤਲਬ ਉਹਦੇ 'ਚ ਕੁਝ ਖਾਸ ਪਾਇਆ ਸੀ? ਅੱਜ ਆਪਾਂ ਆਉਂਦੇ ਠਾ 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 ਕਰਦੇ ਆ ਰਹੇ। ਗੰਢੇ, ਅਦਰਕ, ਲਸਣ,
ਬਸ ਟਮਾਟਰ ਕਿਸੇ ਖਾਸ ਸਬਜ਼ੀ ਮੰਡੀ ਤੋਂ ਆਏ ਲੱਗਦੇ ਨੇ। ਅੱਛਾ ਹਾਂ, ਮੈਨੂੰ ਪੂਰਾ ਸ਼ੱਕ ਹੈ। ਤੁਹਾਡਾ ਚੱਜ ਦਾ ਵਿਚਾਰ ਮੁੱਕ ਗਿਆ? ਹਾਂਜੀ, ਇੰਨਾ ਹੀ ਹੁੰਦਾ ਚੱਜ ਦਾ ਵਿਚਾਰ ਤਾਂ। ਆਪਾਂ ਕੋਈ 20 ਨੰਬਰ ਦਾ ਉਹਦੇ ਤੇ ਜਵਾਬ ਤਾਂ ਨਹੀਂ ਲਿਖਦੇ। ਅੱਛਾ, ਜਿੱਦ ਤੱਕ ਮੈਨੂੰ ਯਾਦ ਆ। ਇੱਕ ਮੇਰੀ ਬੇਨਤੀ ਆ, ਦੇਖੋ ਮੈਂ ਹੈਗਾ ਤੁਹਾਡੇ ਬਹੁਤ ਜ਼ਿਆਦਾ ਹਿੱਤ ਦੇ ਵਿੱਚ, ਮੈਂ ਹਮੇਸ਼ਾ ਤੁਸੀਂ ਰਹੋ ਤੰਦਰੁਸਤ। ਮੈਨੂੰ ਪਤਾ, ਮੈਂ ਚਾਹੁੰਦਾ ਵੀ ਤੁਹਾਡਾ ਕਦੇ ਕੋਈ ਨੁਕਸਾਨ ਨਾ ਹੋਵੇ। ਇਹ ਮੇਰੇ ਮਫਲਰ ਤੇ ਕੁਝ ਕਹਿਣਗੇ, ਇਹ ਮੇਰੀ ਬੇਨਤੀ ਆ ਵੀ ਇਹਨੂੰ ਘੁੱਟ ਕੇ ਨਾ ਕਰਿਆ ਕਰੋ, ਐ ਕਈ ਵਾਰੀ ਨਾ ਨੁਕਸਾਨ ਹੋ ਜਾਂਦਾ, ਸਾਹ ਰਗ ਨੱਪੀ ਜਾਂਦੀ ਹੁੰਦੀ ਆ, ਇਹਨੂੰ ਥੋੜਾ ਜਿਹਾ ਐ ਕਰ ਲਓ। ਦੇਖਿਆ ਸਬਜ਼ੀ ਮੰਡੀ 'ਚ ਕੋਈ ਗੜਬੜ ਆ। ਹਰਮਨ ਜੀ, ਆਪਾਂ ਜਿਹੜੀ ਗੱਲ ਦਾ ਕੱਲ ਖਦਸ਼ਾ ਪ੍ਰਗਟਾਇਆ ਸੀ ਨਾ, ਬਿਲਕੁਲ ਉਹੀ ਹੋਈ ਜੀ। ਸੁਪਰੀਮ ਕੋਰਟ ਦੇ ਵਿੱਚ ਅੱਜ ਸਵੇਰ ਦੇ ਵੇਲੇ ਸੁਣਵਾਈ ਸ਼ੁਰੂ ਹੋਈ। ਕਿਸਾਨ ਵੀਰਾਂ ਦੇ ਵੱਲੋਂ ਕੋਈ ਵਕੀਲ ਨਹੀਂ ਪਹੁੰਚਿਆ। ਇੱਕ ਤਾਂ ਇਸ ਗੱਲ ਦੇ ਉੱਤੇ ਟਿੱਪਣੀ ਕੀਤੀ ਅਦਾਲਤ ਨੇ ਵੀ ਅੱਜ ਕਿਸਾਨਾਂ ਵੱਲੋਂ ਵਕੀਲ ਕੋਈ ਨਹੀਂ ਆਇਆ। ਦੂਜੀ ਗੱਲ ਇਹ ਆ ਵੀ ਇਸ ਮਾਮਲੇ ਦੇ ਉੱਤੇ ਰੋਕ ਲਾ ਦਿੱਤੀ ਗਈ ਹੈ, ਯਾਨੀ ਕਿ ਤਿੰਨੇ ਖੇਤੀ ਕਾਨੂੰਨਾਂ ਦੇ ਉੱਤੇ ਆਰਜ਼ੀ ਤੌਰ ਦੇ ਉੱਤੇ, ਅਸਥਾਈ ਤੌਰ ਦੇ ਉੱਤੇ ਰੋਕ ਲਾ ਦਿੱਤੀ ਗਈ ਹੈ। ਕਹਿਣ ਦਾ ਭਾਵ ਇਹਨਾਂ ਨੂੰ ਹੋਲਡ ਕਰ ਦਿੱਤਾ ਗਿਆ ਤੇ 4 ਮੈਂਬਰੀ ਬਣਾਤੀ ਹੈ ਕਮੇਟੀ। ਤੇ ਕਹਿੰਦੇ ਵੀ ਅੱਜ ਜੱਜ ਸਾਹਿਬਾਨ ਨੇ ਗੱਲ ਕਹੀ ਹੈ, ਕਹਿੰਦੇ ਵੀ ਕਮੇਟੀ ਦੇ ਵਿੱਚ ਕਿਉਂ ਨਹੀਂ ਆਉਣਾ ਚਾਹੁੰਦੇ ਕਿਸਾਨ, ਉਹਨਾਂ ਨੂੰ ਵੀ ਆਉਣਾ ਚਾਹੀਦਾ। ਉਹ ਕਹਿੰਦੇ ਜੀ ਕਿ ਜੇਕਰ ਇਉਂ ਹੀ ਅੰਦੋਲਨ ਕਰਨਾ ਫਿਰ ਜਿੰਨਾ ਚਿਰ ਮਰਜ਼ੀ ਕਰੀ ਜਾਣ, ਕਿਉਂਕਿ ਕਿਸਾਨ ਆਗੂਆਂ ਨੇ ਇਹ ਗੱਲ ਕਹੀ ਹੈ ਵੀ ਸਾਨੂੰ ਭਰੋਸਾ ਨਹੀਂਗਾ। ਅਸਲ ਦੇ ਵਿੱਚ ਭਰੋਸੇਯੋਗਤਾ ਕਈ ਪਾਸਿਓਂ ਗਵਾਚੀ ਹੈ। ਕਿਸਾਨ ਆਗੂਆਂ ਦੇ ਮਨਾਂ ਦੇ ਵਿੱਚ, ਸਭ ਦੇ ਮਨ ਦੇ ਵਿੱਚ ਡਰ ਹੈ ਵੀ ਕਿਤੇ ਇਹ ਨਾ ਹੋਵੇ ਕੇਂਦਰ ਦੀ ਸਰਕਾਰ ਦੇ ਵੱਲੋਂ ਜਾਣ ਬੁੱਝ ਕੇ ਇਹ ਇਧਰਲੇ ਪਾਸੇ ਦੀ ਬੁਲਾਵਾ ਪਾਇਆ ਗਿਆ ਹੋਵੇ ਵੀ ਸੁਪਰੀਮ ਕੋਰਟ ਦੇ ਰਾਹੀਂ ਆਪਾਂ ਚਲੋ ਆਹ ਕੁਝ ਕਰਵਾ ਲੈਂਦੇ ਆ, ਸਾਡੇ ਕਹੇ ਤੇ ਤਾਂ ਕਿਸਾਨ ਨਹੀਂ ਉੱਠਦੇ ਤੇ ਸੁਪਰੀਮ ਕੋਰਟ ਦੇ ਕਹੇ ਦੇ ਉੱਤੇ ਕੀ ਪਤਾ ਉੱਠ ਖੜਨ। ਇਸ ਕਰਕੇ ਉਧਰਲੇ ਪਾਸਿਓਂ ਘੁੰਮ ਕੇ ਗੱਲ ਆਈ ਹੈ। ਸੋ ਇਸੇ ਕਰਕੇ ਮਨ ਦੇ ਵਿੱਚ ਕਿਸਾਨਾਂ ਦੇ 100 ਕਿਸਮ ਦਾ ਤੌਖਲਾ, ਪਰ ਕਿਸਾਨਾਂ ਨੇ ਇਹ ਗੱਲ ਕਹੀ ਆ ਵੀ ਜਿੰਨਾ ਚਿਰ ਇਹ ਰੱਦ ਨਹੀਂ ਹੁੰਦੇ ਉਨੀ ਦੇਰ ਤੱਕ ਅਸੀਂ ਜਾਂਦੇ ਨਹੀਂਗੇ। ਤੇ ਅੱਜ ਜੱਜ ਦੇ ਵੱਲੋਂ ਗੱਲ ਕਹੀ ਗਈ ਹੈ, ਚੀਫ ਜਸਟਿਸ ਦੇ ਵੱਲੋਂ, ਕਿ ਜੀ ਅਸੀਂ ਪੱਕੇ ਤੌਰ ਦੇ ਉੱਤੇ ਨਹੀਂ ਕੁਝ ਕਰ ਸਕਦੇ, ਪਰ ਅਸੀਂ ਸ਼ਰਤਾਂ ਦੇ ਤਹਿਤ ਕਾਨੂੰਨ ਰੱਦ ਕਰ ਸਕਦੇ ਹਾਂ। ਬਿਲਕੁਲ ਸਹੀ ਗੱਲ ਹੈ। ਸੋ ਵੇਖਦੇ ਹਾਂ ਟਾਣਾ ਸਾਹਿਬ ਆਉਣ ਵਾਲਾ ਸਮਾਂ ਕੀ ਆਪਣੇ ਨਾਲ ਲੈ ਕੇ ਆਉਂਦਾ। ਪਰ ਇਹਦੇ ਨਾਲ ਇੱਕ ਚੀਜ਼ ਹੋਰ ਜ਼ਰੂਰ ਸਾਫ਼ ਹੁੰਦੀ ਹੋਈ ਨਜ਼ਰ ਆ ਰਹੀ ਹੈ ਕਿ ਕਿਤੇ ਨਾ ਕਿਤੇ ਸਰਕਾਰਾਂ ਜਿਹੜੀਆਂ ਨੇ ਉਹ ਅਦਾਲਤ ਤੇ ਕਿਸਾਨਾਂ ਵਿਚਾਲੇ ਹੁਣ ਥੋੜੀ ਜਿਹੀ ਹੈ ਨਾ, ਕਹਿ ਲਓ ਵੀ ਖੇਡ ਜੀ ਖੇਡਣ ਦੀ ਕੋਸ਼ਿਸ਼ ਦੇ ਵਿੱਚ ਨੇ, ਜੋ ਕਿ ਗਲਤ ਗੱਲ ਆ। ਤੁਸੀਂ ਵੇਖੋ ਇਹਦੇ ਨਾਲ ਹੋ ਸਕਦਾ ਬਹੁਤੇ ਲੋਕਾਂ ਨੂੰ ਖੁਸ਼ੀ ਹੋ ਰਹੀ ਹੋਵੇ ਵੀ ਆਹ ਹੋ ਗਿਆ, ਪਰ ਨਹੀਂ, ਅਸਥਾਈ ਤੌਰ ਤੇ ਹੋਇਆ। ਸਾਨੂੰ ਨਹੀਂ ਪਤਾ ਕਿ ਭਵਿੱਖ ਦੇ ਵਿੱਚ ਹੋਰ ਕੀ ਹੋ ਜਾਣਾ ਹੈ ਔਰ ਦੁਬਾਰਾ ਇਹੋ ਜਿਹਾ ਅੰਦੋਲਨ ਵੀ ਨਹੀਂ ਖੜਾ ਕਰ ਹੋਏਗਾ। ਕੱਲ ਮੈਂ ਜੋਗਿੰਦਰ ਸਿੰਘ ਉਗਰਾਹਾਂ ਤੇ ਬਲਵੀਰ ਸਿੰਘ ਰਾਜੇਵਾਲ ਤੇ ਡਾਕਟਰ ਦਰਸ਼ਨਪਾਲ ਹੋਰਾਂ ਦੀ ਗੱਲਬਾਤ ਸੁਣੀ। ਉਹ ਕਹਿੰਦੇ ਵੀ ਸਾਨੂੰ ਕਿਉਂ ਨਹੀਂ ਯਕੀਨ ਕਿਸੇ ਦੇ ਉੱਤੇ, ਕਿਉਂਕਿ ਅੱਜ ਤੱਕ ਜਦੋਂ ਵੀ ਕਮੇਟੀਆਂ ਬਣੀਆਂ, ਕਮੇਟੀ ਦਾ ਮਤਲਬ ਕੰਮ ਮਿੱਟੀ, ਬਿਲਕੁਲ, ਸਬ ਕਮੇਟੀ ਦਾ ਮਤਲਬ ਸਭ ਕੰਮ ਮਿੱਟੀ। ਇਸ ਕਰਕੇ ਉਹ ਕਹਿੰਦੇ ਵੀ ਸਾਡਾ ਯਕੀਨ ਨਹੀਂ, ਸਾਡਾ ਭਰੋਸਾ ਨਹੀਂਗਾ। ਕੇਂਦਰ ਦੀ ਸਰਕਾਰ ਨੇ ਹੁਣ ਤੱਕ 3600 ਚਾਲਾਂ ਚੱਲੀਆਂ ਵੀ ਇਹਨਾਂ ਨੂੰ ਇੱਥੋਂ ਉਠਾ ਦਈਏ। ਕਦੇ ਧਰਮ ਦਾ ਮਸਲਾ, ਕਦੇ ਕੋਈ ਮਸਲਾ, ਕਦੇ ਕੋਈ ਮਸਲਾ, ਕਦੇ ਕੋਈ ਮਸਲਾ। ਜਦੋਂ ਉਹਦੇ ਚ ਕਾਮਯਾਬ ਨਹੀਂ ਹੋਏ, ਉਹ ਕਹਿੰਦੇ ਜੀ ਇਹਨਾਂ ਨੇ ਫਿਰ ਜਾਣਬੁੱਝ ਕੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ। ਅਸੀਂ ਤਾਂ ਗਏ ਹੀ ਨਹੀਂ, ਧਿਰ ਬਣ ਕੇ ਗਏ ਹੀ ਨਹੀਂਗੇ। ਸਾਡੇ ਤਾਂ ਜਿਹੜੇ ਕਿਸਾਨ ਆਗੂਆਂ ਨੂੰ ਨੋਟਿਸ ਭੇਜੇ ਸੀਗੇ ਉਹਨਾਂ ਦੇ ਵਕੀਲ ਪੇਸ਼ ਹੋਏ ਆ ਤੇ ਅੱਜ ਉਹ ਵੀ ਨਹੀਂ ਵਕੀਲ ਪੇਸ਼ ਹੋਏ। ਸੋ ਇਸ ਕਰਕੇ ਉਹਨਾਂ ਨੇ ਕਿਹਾ ਜੀ ਕਿ ਇਹਨਾਂ ਦੇ ਵੱਲੋਂ ਤਿੱਕੜ ਵਰਚਾਇਆ ਜਾ ਰਿਹਾ, ਅਸੀਂ ਸੁਪਰੀਮ ਕੋਰਟ ਦਾ ਸਨਮਾਨ ਕਰਦੇ ਹਾਂ। ਉਹਨਾਂ ਨੇ ਕਿਹਾ ਉਹਨਾਂ ਦੇ ਵੱਲੋਂ ਕੇਂਦਰ ਦੀ ਸਰਕਾਰ ਨੂੰ ਜਿਹੜੀ ਝਾੜ ਪਾਈ ਗਈ ਹੈ ਦਾ ਸਨਮਾਨ ਕਰਦੇ ਆ, ਪਰ ਇਹਦੀ ਕੀ ਗਰੰਟੀ ਆ ਵੀ ਜਿਹੜੇ ਤੁਸੀਂ ਆਰਜ਼ੀ ਤੌਰ ਤੇ ਰੱਦ ਕੀਤੇ ਆ ਇਹ ਪੱਕੇ ਰੱਦ ਰਹਿਣਗੇ? ਬਿਲਕੁਲ ਸਹੀ। ਤੁਸੀਂ ਸਾਲ ਬਾਅਦ ਕੇਂਦਰ ਦੀ ਸਰਕਾਰ ਵਿਚਾਲੇ ਕੋਈ ਨਾ ਕੋਈ ਦਲੀਲ ਦੇ ਕੇ, ਕੋਈ ਨਾ ਕੋਈ ਹੋਰ ਟੁੱਚਰ ਢਾ ਕੇ ਤੇ ਫਿਰ ਆਪਣੇ ਪੱਖ ਦੇ ਵਿੱਚ ਫੈਸਲਾ ਲੈ ਕੇ ਵੀ ਜੀ ਹੁਣ ਕਾਨੂੰਨ ਲਾਗੂ ਕਰ ਦਿੰਦੇ ਆ ਤੇ ਕੀ ਅਸੀਂ ਟਰਾਲੀਆਂ ਲੈ ਕੇ ਫਿਰ ਉੱਥੇ ਜਾਵਾਂਗੇ? ਬਿਲਕੁਲ ਸਹੀ ਗੱਲ ਹੈ। ਬਹੁਤ ਸਾਰੇ ਜਿਹੜੇ ਸਵਾਲ ਨੇ ਉਹ ਖੜੇ ਹੋ ਰਹੇ ਨੇ ਔਰ ਨਾਲ ਦੀ ਨਾਲ ਤੁਸੀਂ ਵੇਖੋ ਕਿ ਮਾਣਯੋਗ ਅਦਾਲਤ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਤੁਸੀਂ ਜੇਕਰ ਆਪਣਾ ਜਿਹੜਾ ਪ੍ਰਦਰਸ਼ਨ ਹੈ ਇਹਨੂੰ ਜਾਰੀ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਰੱਖ ਸਕਦੇ ਹੋ। ਉਸ ਤੋਂ ਇਲਾਵਾ ਕਮੇਟੀ ਦੇ ਅੱਗੇ ਜਿਹੜਾ ਵੀ ਬੰਦਾ ਪੇਸ਼ ਹੋਣਾ ਚਾਹੁੰਦਾ ਉਹ ਪੇਸ਼ ਹੋ ਸਕਦਾ ਹੈ ਔਰ ਕਮੇਟੀ ਕਿਸੇ ਨੂੰ ਵੀ ਕੋਈ ਸਜ਼ਾ ਨਹੀਂ ਸੁਣਾ ਸਕਦੀ, ਹੈ ਨਾ। ਠੀਕ ਹੈ, ਸਾਰੀਆਂ ਗੱਲਾਂ ਹੋ ਗਈਆਂ, ਪਰ ਜੇ ਆਪਾਂ ਦੂਰ ਅੰਦੇਸ਼ੀ ਦੇ ਸਿੱਟਿਆਂ ਦੀ ਗੱਲ ਕਰੀਏ ਤਾਂ ਉਹ ਸਿੱਟੇ ਕੁਝ ਵੀ ਹੋ ਸਕਦੇ ਨੇ। ਉਹਦੇ ਬਾਰੇ ਚ ਅਸੀਂ ਕੁਝ ਵੀ ਨਹੀਂ ਕਹਿ ਸਕਦੇ ਵੀ ਹੁਣ ਜੇ ਹੁਣ ਅਸਥਾਈ ਰੂਪ ਦੇ ਉੱਪਰ ਰੋਕ ਲੱਗ ਗਿਆ ਤਾਂ ਅੱਗੇ ਵੀ ਇਹ ਰੋਕ ਲੱਗੀ ਰਹੂਗੀ ਜਾਂ ਕਿੰਨਾ ਸਮਾਂ ਲੱਗੀ ਰਹੂਗੀ ਜਾਂ ਕਿਸਾਨਾਂ ਨੂੰ ਅੱਗੇ ਕੋਈ ਵੀ ਸਮੱਸਿਆ ਜਿਹੜੀ ਉਹ ਨਹੀਂ ਆਊਗੀ। ਸੋ ਸਾਰਾ ਕੁਝ ਸਵਾਲਾਂ ਦੇ ਘੇਰੇ ਦੇ ਵਿੱਚ ਜ਼ਰੂਰ ਖੜਾ ਹੋ ਗਿਆ। ਅੱਜ ਨਾ ਪਤਾ ਲੱਗਾ ਵੀ ਜਿਹੜਾ ਪਟੀਸ਼ਨ ਕਰਤਾ ਦਾ ਵਕੀਲ ਆ ਉਹਨੇ ਜੱਜ ਦੇ ਮੂਹਰੇ ਗੱਲ ਕਹੀ, ਚੀਫ ਜਸਟਿਸ ਦੇ ਮੂਹਰੇ ਗੱਲ ਕਹੀ ਬਈ ਜੀ ਅਸਲ ਦੇ ਵਿੱਚ ਕਿਸਾਨ ਕਹਿੰਦੇ ਵੀ ਪ੍ਰਧਾਨ ਮੰਤਰੀ ਕਿਉਂ ਨਹੀਂ ਸਾਹਮਣੇ ਆਉਂਦੇ ਜੀ। ਤੇ ਉਹ ਕਹਿੰਦੇ ਜੀ ਕਿ ਚੀਫ ਜਸਟਿਸ ਨੇ ਕਿਹਾ ਵੀ ਅਸੀਂ ਉਹਨਾਂ ਨੂੰ ਨਹੀਂ ਕਹਿ ਸਕਦੇ ਵੀ ਤੁਸੀਂ ਆਓ ਸਾਹਮਣੇ, ਉਹ ਪਾਰਟੀ ਨਹੀਂ ਆ। ਹੁਣ ਪੱਖ ਇਹਦਾ ਦੂਜਾ ਵੀ ਕਿਸਾਨ ਵੀ ਤਾਂ ਪਾਰਟੀ ਨਹੀਂ ਆ। ਕਿਸਾਨ ਕਹਿੰਦੇ ਵੀ ਅਸੀਂ ਕਦੋਂ ਪਾਰਟੀਆਂ ਵਿੱਚ ਨੇ। ਸੋ ਇਸ ਕਰਕੇ ਇਹ ਮਾਮਲਾ ਬੜਾ ਪੇਚੀਦਾ ਜਿਹਾ ਬਣਦਾ ਜਾ ਰਿਹਾ। ਅਸਲ ਦੇ ਵਿੱਚ ਅਦਾਲਤ ਦੇ ਰਾਹੀਂ, ਵਕੀਲਾਂ ਦੇ ਰਾਹੀਂ,
ਸਰਕਾਰ ਦੇ ਵੱਲੋਂ ਨਿੱਜੀ ਤੌਰ ਦੇ ਉੱਤੇ ਹਰ ਹਰਬਾ ਵਰਤ ਕੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਮੌਕੇ ਜਿਹੜੇ ਲੱਖਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਵੜਦੇ ਦਿੱਲੀ ਦੇ ਵਿੱਚ ਉਹਦੇ ਉੱਤੇ ਰੋਕ ਲਵਾਈ ਜਾਵੇ, ਕਿਉਂਕਿ ਪਟੀਸ਼ਨ ਵੀ ਪਾਈ ਗਈ ਹੈ ਵੀ ਦਿੱਲੀ ਦੇ ਵਿੱਚ ਟਰੈਕਟਰ ਵੜਨ ਤੋਂ ਰੋਕੇ ਜਾਣ। ਬਿਲਕੁਲ ਸਹੀ। ਔਰ ਦੇਖੋ ਸਰ, ਸਭ ਤੋਂ ਵੱਡਾ ਸਵਾਲ ਇਹ ਹੈ, ਜੇ ਮੈਂ ਕੋਈ ਗੱਲ ਕਹਿ ਰਹੀ ਹਾਂ, ਇੱਕ ਆਪਾਂ ਉਦਾਹਰਨ ਦੇ ਤੌਰ ਤੇ ਗੱਲ ਕਰਦੇ, ਮੈਂ ਕਹਿੰਨੀ ਆ ਵੀ ਇਹ ਚੀਜ਼ ਚੰਗੀ ਹੈ ਤੇ ਸਹੀ ਹੈ, ਤੇ ਫਿਰ ਉਹਦੇ ਬਾਬਤ ਕਿਤੇ ਵੀ ਖੜ ਕੇ ਗੱਲ ਕਰਨ ਦੇ ਵਿੱਚ ਮੈਨੂੰ ਕੋਈ ਵੀ ਸ਼ਰਮ ਜਾਂ ਕੋਈ ਵੀ ਡਰ ਨਹੀਂ ਹੋਣਾ ਚਾਹੀਦਾ। ਜੇਕਰ ਸਾਡੀਆਂ ਸਰਕਾਰਾਂ ਨੂੰ ਇਹ ਲੱਗਦਾ ਕਿ ਇਹ ਕਾਨੂੰਨ ਸਹੀ ਨੇ, ਸੱਚੇ ਨੇ, ਫਾਇਦੇਮੰਦ ਨੇ, ਤਾਂ ਫਿਰ ਕਿਉਂ ਨਹੀਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਇਹ ਕਹਿੰਦੇ ਕਿ ਚਲੋ ਵੀ ਜਿੱਥੇ ਤੁਸੀਂ ਬੈਠੇ ਹੋ ਬਾਰਡਰ ਤੇ ਮੈਂ ਆਉਣਾ, ਆਪਾਂ ਖੜ ਕੇ ਸਾਰਿਆਂ ਦੇ ਵਿੱਚ ਗੱਲ ਕਰ ਲੈਂਦੇ ਆ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਕਿ ਇਹ ਕਾਨੂੰਨ ਵਾਕਈ ਸਹੀ ਨਹੀਂ ਜਾਂ ਫਿਰ ਨਹੀਂ। ਬਿਲਕੁਲ, ਅਸੀਂ ਅਦਾਲਤੀ ਪ੍ਰਕਿਰਿਆ ਦਾ ਸਨਮਾਨ ਕਰਦੇ ਹਾਂ, ਪਰ ਗੱਲ ਇਹ ਹੈ ਵੀ ਜਿਹੜਾ ਇਸ ਵਕਤ ਰੋਲ ਘਚੋਲਾ ਪੈਦਾ ਕੀਤਾ ਗਿਆ ਤੇ ਜਿਸ ਤਰੀਕੇ ਦੀਆਂ ਕੇਂਦਰ ਦੇ ਵੱਲੋਂ ਤਕੜਮਬਾਜ਼ੀਆਂ ਚੱਲੀਆਂ ਜਾ ਰਹੀਆਂ, ਉਹਦੇ ਉੱਤੇ ਸ਼ੱਕ ਪਹਿਲਾਂ ਵੀ ਸੀ ਤੇ ਹੁਣ ਸ਼ੱਕ ਹੋਰ ਗੂੜਾ ਹੋਈ ਜਾਂਦਾ। ਬਿਲਕੁਲ ਸਹੀ। ਜੱਜ ਦਾ ਵਿਚਾਰ। ਹਰਮਨ ਜੀ, ਤੁਹਾਨੂੰ ਪਤਾ, ਪਰ ਤੁਹਾਨੂੰ ਕਾਹਦਾ ਪਤਾ ਹੋਣਾ, ਤੁਸੀਂ ਕੁੱਕੜ ਸ਼ੁੱਕੜ ਖਾਂਦੇ ਹੀ ਨਹੀਂ। ਜਿਹੜਾ ਬੰਦਾ ਲੈਗ ਪੀਸ ਖਾਂਦਾ, ਜਿਹੜਾ ਬੰਦਾ ਚਿਕਨ ਖਾਂਦਾ, ਜਿਹੜਾ ਬੰਦਾ ਆਂਡੇ ਖਾਂਦਾ, ਉਹਦੇ ਨਾਲ ਸੰਬੰਧਿਤ ਖਬਰ ਆ ਜੀ। ਪਰ ਮੈਂ ਕਦੇ ਸਵਾਦ ਨਹੀਂ ਵੇਖਿਆ ਟਾਣਾ ਸਾਹਿਬ, ਆਂਡਿਆਂ ਦਾ ਵੀ ਨਹੀਂ ਵੇਖਿਆ। ਆਂਡੇ ਮੈਂ ਖਾਂਦੀ ਰਹੀ ਆ, ਪਰ ਹੁਣ ਉਹ ਵੀ ਨਹੀਂ ਖਾਂਦੀ, ਪਰ ਆ ਕੁੱਕੜ ਸ਼ੁੱਕੜ ਤਾਂ ਕਦੇ ਵੀ ਨਹੀਂ ਖਾ ਕੇ ਵੇਖਿਆ। ਅੱਛਾ ਜੀ। ਨਹੀਂ, ਮੈਨੂੰ ਕੋਈ ਇਤਰਾਜ਼ ਨਹੀਂ, ਖਾ ਲਿਆ ਕਰੋ। ਨਹੀਂ, ਵੈਸੇ ਹੀ ਕਦੇ ਚੇਤੀ ਨਹੀਂ ਕੀਤਾ, ਨਹੀਂ ਖਾਦਾ। ਚਲੋ ਮਰਜ਼ੀ ਆ, ਦੇਖੋ ਸਭ ਦਾ ਆਪੋ ਆਪਣਾ ਖਾਣ ਦਾ ਸਵਾਦ ਆ। ਕਿਸੇ ਨੂੰ ਕੋਈ ਸ਼ਾਕਾਹਾਰੀ ਚੀਜ਼ ਚੰਗੀ ਲੱਗਦੀ ਆ, ਕਿਸੇ ਨੂੰ ਮਾਸਾਹਾਰੀ ਲੱਗਦੀ ਆ, ਇਹਦੇ ਵਿੱਚ ਹੋਰ ਕੋਈ ਮਸਲਾ ਹੀ ਹੈ ਨਹੀਂਗਾ। ਇਹ ਬੰਦੇ ਦੀ ਮਰਜ਼ੀ ਦੇ ਉੱਤੇ ਨਿਰਭਰ ਕਰਦੀ ਗੱਲ ਆ। ਤੁਸੀਂ ਕੁੱਕੜ ਦੀ ਗੱਲ ਕਿਉਂ ਕਰ ਰਹੇ ਹੋ? ਕੁੱਕੜ ਦੀ ਗੱਲ ਮੈਂ ਤਾਂ ਕੀਤੀ ਆ ਵੀ ਬਰਡ ਫਲੂ ਫੈਲ ਗਿਆ ਜੀ। ਕਹਿੰਦੇ ਵੀ ਨਾ ਪੰਛੀ ਆਪਣੇ ਆਪ ਮਰ ਰਹੇ ਆ। ਕਹਿੰਦੇ ਵੀ ਉਹ ਤਾਂ ਬੜੇ ਤੰਗ ਆ ਜਿਹੜੇ ਕਿ ਇਸ ਵਕਤ ਪੋਲਟਰੀ ਫਾਰਮ ਵਾਲੇ ਆ ਨਾ, ਜਿਹੜੇ ਕੁੱਕੜੀਆਂ ਕੁੱਕੜ ਪਾਲਦੇ ਆ, ਉਹ ਕਹਿੰਦੇ ਬੜੇ ਨੁਕਸਾਨੇ ਜਾ ਰਹੇ ਆ। ਜਿਹੜੇ ਪੋਲਟਰੀ ਫਾਰਮਿੰਗ ਦੇ ਨਾਲ ਜੁੜੇ ਹੋਏ ਸ਼ੇਅਰ ਬਾਜ਼ਾਰ ਆ, ਉਹਦੇ ਵਿੱਚ ਪੈਸਾ ਪੂਸਾ ਲਾਉਂਦੇ ਆ, ਉਹ ਬੜੇ ਲੁੜਕ ਗਏ ਆ। ਕਹਿੰਦੇ ਵੀ ਇਹ ਤਾਂ ਹੁਣ ਕੁੱਕੜ ਕਾਕੜ ਜਿਹਨਾਂ ਮਰੀ ਜਾਂਦੇ ਆ, ਕਿਤੋਂ ਖਬਰ ਆਉਂਦੀ ਬੱਤਕੇ ਮਰ ਗਈ, ਕਿਤੋਂ ਖਬਰ ਆਉਂਦੀ ਬਗਲੇ ਵੀ ਮਰ ਗਏ, ਕਿਤੋਂ ਕੌਵੇ ਵੀ ਮਰ ਗਏ, ਕਿਤੋਂ ਗਟਾਰੀ ਵੀ ਮਰ ਗਈ, ਤੋਤਿਆਂ ਦੇ ਮਰਨ ਦੀਆਂ ਤੋਤੇ ਵੀ ਮਰ ਗਏ, ਵੀ ਕਈ ਕੁਝ ਹੋ ਰਿਹਾ। ਬਿਲਕੁਲ ਸਹੀ ਗੱਲ ਹੈ। ਬਚਾਅ ਦੇ ਵਿੱਚ ਬਚਾਅ ਹੈ। ਇਹ ਜਿੰਨੇ ਵੀ ਲੋਕ ਨਾਨ ਵੈਜ ਖਾਣ ਦੇ ਸ਼ੌਕੀਨ ਨੇ, ਇਹਨਾਂ ਦਿਨਾਂ 'ਚ ਉਹਨਾਂ ਨੂੰ ਬਿਲਕੁਲ ਨਹੀਂ ਖਾਣਾ ਚਾਹੀਦਾ, ਚਾਹੇ ਕੋਈ ਕੁਝ ਵੀ ਕਹੇ, ਪਰ ਤੁਹਾਨੂੰ ਆਪਣਾ ਖਿਆਲ ਆਪ ਰੱਖਣਾ ਚਾਹੀਦਾ। ਜੇਕਰ ਇਹ ਮੁਸੀਬਤ ਹੈ ਤੇ ਫਿਰ ਆਪਾਂ ਬਚੀਏ ਜਿੰਨਾ ਬਚ ਸਕਦੇ ਹਾਂ, ਕਿਉਂਕਿ ਮੁੜ ਕੇ ਡਾਕਟਰਾਂ ਦੀਆਂ ਦਵਾਈਆਂ ਤੇ ਜਿਹੜੇ, ਮੈਨੂੰ ਪਤਾ ਤੁਸੀਂ ਕੀ ਕਹਿਣ ਲੱਗੇ ਹੋ ਵੀ ਮਸਾ ਕੁੱਕੜ ਸਸਤਾ ਹੋਇਆ ਤੇ ਇਸ ਮੌਕੇ ਲੋਕਾਂ ਨੇ ਵੱਧ ਖਾਣਾ ਹੁੰਦਾ, ਪਰ ਜਿਹੜਾ ਕੁੱਕੜ ਸਸਤਾ ਲਵਾਂਗੇ, ਜਿੰਨੇ ਪੈਸੇ ਉਧਰੋਂ ਬਚਣੇ ਆ ਉਹਨੇ ਦਵਾਈਆਂ ਤੇ ਲਾ ਲਾਂਗੇ। ਸੋ ਕੋਈ ਫਾਇਦਾ ਨਹੀਂ, ਬਚਾ ਕਰੋ ਆਪਣਾ, ਮਹਿੰਗਾ ਖਾ ਲਿਓ, ਚੰਗਾ ਹੈ। ਅੱਜ ਮੈਂ ਸਵੇਰੇ ਇੱਕ ਫੋਟੋ ਵੇਖੀ, ਇੱਕ ਬੰਦਾ ਬੰਦੂਕ ਲਈ ਬੈਠਾ ਕੁੱਕੜ ਦੇ ਮੂਹਰੇ, ਉਹਨੂੰ ਗੋਲੀ ਮਾਰਨ ਲੱਗਾ। ਕੁੱਕੜ ਕੋ ਕਹਿੰਦਾ ਮਾਰੋ ਨਾ, ਮੈਨੂੰ 14 ਦਿਨ ਕੁਆਰੰਟੀਨ ਕਰ ਲਓ, ਕੀ ਪਤਾ ਮੈਂ ਬਚ ਜਾ, ਮੈਨੂੰ ਕੋਈ ਹੋਰ ਸਮੱਸਿਆ ਹੋਵੇ। ਜੀ, ਤੁਸੀਂ ਵੀ ਬਚਾ ਕਰੋ ਟਾਣਾ ਸਾਹਿਬ। ਸਾਰਿਆਂ ਨੂੰ ਕਰਨਾ ਚਾਹੀਦਾ, ਸਭ ਨੂੰ ਕਰਨਾ ਚਾਹੀਦਾ, ਵੀ ਜਿਵੇਂ ਹਰਮਨ ਜੀ ਨੇ ਕਿਹਾ ਚਲੋ ਮੰਨ ਲੈਣਾ ਚਾਹੀਦਾ। ਪਰ ਇੱਕ ਬੀਜੇਪੀ ਦਾ ਨੇਤਾ ਭਾਜਪਾ ਦਾ, ਉਹਨੇ ਅਵੱਲੀ ਗੱਲ ਛੱਡੀ ਆ, ਵੈਸੇ ਤਾਂ ਛੱਡਦੇ ਹੀ ਅਵੱਲੀ ਹੁੰਦੇ ਆ, ਉਹਨੇ ਇਹ ਗੱਲ ਛੱਡੀ ਆ, ਕਹਿੰਦਾ ਨਾ ਜੀ ਜਿਹੜੇ ਇਸ ਵਕਤ ਕਿਸਾਨ ਬੈਠੇ ਆ ਪ੍ਰਦਰਸ਼ਨ ਤੇ, ਜਿਹੜੇ ਅੰਦੋਲਨਕਾਰੀ ਆ, ਇਹ ਨਾ ਕੁੱਕੜ ਖਾ ਖਾ ਕੇ ਬਰਡ ਫਲੂ ਫੈਲਾਉਣਗੇ। ਹਾਂਜੀ, ਕਹਿੰਦਾ ਇਹ ਕੁੱਕੜ ਖਾ ਖਾ ਕੇ, ਆਂਡੇ ਖਾ ਖਾ ਕੇ ਬਰਡ ਫਲੂ ਫੈਲਾਉਣਗੇ। ਮੈਂ ਇੱਕ ਸਲਾਹ ਦੇਣਾ ਚਾਹੁੰਦੀ ਹਾਂ, ਮੈਨੂੰ ਇਹ ਨਹੀਂ ਪਤਾ ਕਿਹੜੀ ਇਹਦੀ ਭੂਆ ਤਵਾ ਚਿਕਨ ਲੈ ਕੇ ਆਉਂਦੀ ਉੱਥੇ। ਹਾਂ, ਮਤਲਬ ਮੈਂ ਉਹੀ ਸਲਾਹ ਦੇਣਾ ਚਾਹੁੰਦੀ ਹਾਂ ਵੀ ਇੱਕ ਵਾਰ ਉੱਥੇ ਜਾ ਕੇ ਹਿੰਮਤ ਕਰਕੇ ਗੇੜਾ ਲਾ ਕੇ ਆਉਣ ਤੇ ਦੇਖਣ ਉੱਥੇ ਕਿੱਥੇ ਇਹਨਾਂ ਨੂੰ ਕੁੱਕੜ ਮਿਲਦਾ ਦਿਖ ਰਿਹਾ, ਕਿੱਥੇ ਇਹਨਾਂ ਨੂੰ ਆਂਡੇ ਉਬਲੇ ਹੋਏ ਮਿਲ ਰਹੇ ਨੇ। ਜ਼ਰਾ ਧਿਆਨ ਦੇ ਨਾਲ ਘੋਖ ਪੜਤਾਲ ਕਰਕੇ ਆਉਣ, ਫਿਰ ਗੱਲ ਕਰ। ਟਰਾਲੀਆਂ ਦੇ ਵਿੱਚ ਬੈਠ ਕੇ ਪਾਠ ਕਰਦੇ ਲੋਕ ਦਿਸਦੇ ਹੀ ਨਹੀਂ ਜੀ। ਇਹਨਾਂ ਨੂੰ ਇਨਕਲਾਬ ਜ਼ਿੰਦਾਬਾਦ ਦੇ ਨਾਰੇ ਆਪਣੇ ਅੰਦਰੋਂ ਨਿਕਲਦੇ ਦਿਸਦੇ ਹੀ ਨਹੀਂ, ਜਿਹੜੇ ਕਿ ਲੋਕ ਲਾ ਰਹੇ ਆ। ਇਹਨਾਂ ਨੂੰ ਇਸ ਵਕਤ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦੇ ਜਿਹੜੇ ਆ ਉਹ ਜੈਕਾਰੇ ਸੁਣਦੇ ਹੀ ਨਹੀਂ। ਇਹਨਾਂ ਨੂੰ ਸਿਰਫ ਦੋ ਤਿੰਨ ਗੱਲਾਂ ਹੀ ਦਿਸਦੀਆਂ, ਇੱਕ ਤਾਂ ਵਿਦੇਸ਼ੀ ਫੰਡਿੰਗ, ਇੱਕ ਹੁਣ ਬਰਡ ਫਲੂ, ਇੱਕ ਦਿਸਦਾ ਕਰੋਨਾ। ਇੱਕ ਦੋ ਗੱਲਾਂ ਇਹਨਾਂ ਨੂੰ ਹੋਰ ਦਿਸਦੀਆਂ ਕਿ ਜੀ ਤਾਂ ਪਾਕਿਸਤਾਨ ਵੱਲੋਂ ਆਏ ਹਨ, ਇਹ ਤਾਂ ਗੁੰਮਰਾਹ ਹੋ ਗਏ ਹਨ, ਇਹ ਤਾਂ ਅਨਪੜ੍ਹ ਹਨ, ਇਹ ਮਾਓਵਾਦੀ ਹਨ, ਇਹ ਵੱਖਵਾਦੀ ਹਨ। ਸੋ ਭਾਈ ਥੋੜਾ ਜਿਹਾ ਨਾ ਦਿਮਾਗ ਦੇ ਪੇਚ ਠੀਕ ਕਰੋ, ਏਦਾਂ ਠੀਕ ਨਹੀਂ ਲੱਗਦਾ। ਬਥੇਰੀ ਹੋ ਗਈ ਆ, ਹੁਣ ਆਪਾਂ ਕਰਵਾਈ ਥੋੜੀ ਜਾਣੀ ਜੀ। ਨਾਲੇ ਇੱਕੋ ਗੱਲ ਕਰਦੇ ਆਪਾਂ ਵਾਰ-ਵਾਰ ਚੰਗੇ ਨਹੀਂ ਲੱਗਦੇ। ਹਾਂ, ਕਿਸੇ ਗੱਲ 'ਚ ਤਰਕ ਹੋਏ ਉਹ ਜ਼ਰੂਰ ਕਰੋ, ਕਿਸੇ ਗੱਲ ਦੇ ਵਿੱਚ ਕੋਈ ਮਤਲਬ ਹੋਏ, ਕੋਈ ਮਕਸਦ ਹੋਵੇ, ਉਹ ਗੱਲ ਜ਼ਰੂਰ ਕਰੋ। ਪਰ ਆ ਕਦੀ ਬਰਡ ਫਲੂ ਬਾਰੇ ਗੱਲ ਕਹਿ ਦਿੱਤੀ, ਕਦੇ ਕੁਛ, ਇਹ ਗੱਲਾਂ ਸੋਭਦੀਆਂ ਨਹੀਂ। ਇੱਕ ਟੀਵੀ ਚੈਨਲ ਨੇ ਇੱਕ ਬੇਹੱਦ ਭਗਤ ਦੇ ਨਾਲ ਗੱਲ ਕੀਤੀ ਆ, ਅੰਨੇ ਭਗਤ ਦੇ ਨਾਲ। ਉਹਨੇ ਭਾਈ ਮਾਸਕ ਪਹਿਨਿਆ ਹੋਇਆ ਤੇ ਉਹ ਗੱਲਾਂ ਬਾਤਾਂ ਦੇ ਉੱਤਰ ਦੇ ਰਿਹਾ। ਪੱਤਰਕਾਰ ਕਹਿੰਦਾ ਵੀ ਆਪ कहाँ से आए हो? कहना जी मैं नोएडा से हूँ।
मैंने एक दिन आधे घंटे के लिए देखा था किसानों को, ये तो डेक लगा कर आए हैं, अच्छा, ये तो यहाँ नाचने गाने के मूड से आए हैं, ये तो जी अपने साथ डीजे लेकर फिरते हैं। ਉਹ ਕਹਿੰਦਾ ਜੀ ਕਿ ਤੁਹਾਨੂੰ ਡੀਜੇ ਕਿਉਂ ਦਿਸਦਾ? ਇਹ ਤਾਂ ਕਿਤੇ ਵੀ ਅੰਦੋਲਨ ਕਰਨਾ ਹੋਵੇ ਉੱਥੇ ਲੋਕਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਦੇ ਲਈ ਸਪੀਕਰ ਲਾਉਣੇ ਪੈਂਦੇ ਆ। ਕਹਿੰਦਾ ਐਸੇ ਥੋੜੀ ਹੋਤਾ ਹੈ, ये तो गलत है, ये तो इतना झुंड बना के आए हैं। ਉਹ ਕਹਿੰਦਾ ਹੋਰ ਕੱਲਾ ਕੱਲਾ ਕਿਸਾਨ ਆਵੇ, ਇਹ ਇਕੱਠੇ ਹੋ ਕੇ ਆਉਂਦੇ ਹੁੰਦੇ ਆ, ਇੱਕ ਤੁਹਾਡੇ ਘਰ ਦੇ ਮੂਹਰ ਦੀ ਨਿਕਲੇ, ਇੱਕ ਤੁਹਾਡੀ ਬੈਠਕ ਵਿੱਚ ਦੀ ਆਵੇ, ਐ ਹੁੰਦਾ ਹੋਰ झुंड बना के आए, झुंड बना के आए हैं ये तो। ਮਤਲਬ ਇਹ ਵੀ ਦੀਵਾਨੀ ਦੀ ਸਮਝ ਨਹੀਂ ਹੁੰਦੀ। ਉਹਨੂੰ ਪੁੱਛਿਆ ਪੱਤਰਕਾਰ ਨੇ ਵੀ ਇਹ ਦੱਸੋ ਵੀ ਕਣਕ ਕਿਹੜੇ ਮਹੀਨੇ ਬੀਜੀ ਜਾਂਦੀ ਹੈ? हम तो आलू उगाते हैं। ਤੇ ਉਹ ਕਹਿੰਦਾ ਆਲੂ ਕਦੋਂ ਬੀਜਦਾ? ये पापा उगाते हैं। ਤੇ ਪਾਪਾ ਕਿੱਥੇ ਆ? वो काम पर गए हैं। पता कख नहीं गा, भकाई मारी ਜਾਂਦੇ ਆ, ਐਵੇਂ ਹੀ ਬੋਲੀ ਜਾਂਦੇ। ਪਰ ਅਸੀਂ ਨਾ ਦੂਜੇ ਦੇ ਉੱਤੇ ਸਵਾਲ ਬਹੁਤ ਛੇਤੀ ਚੁੱਕਦੇ ਆ, ਅਸੀਂ ਦੂਜੇ ਨੂੰ ਬਹੁਤ ਜਲਦੀ ਪੁੱਛਦੇ ਆ, ਤੈਨੂੰ ਕੀ ਪਤਾ, ਤੂੰ ਦੱਸ ਕਿਵੇਂ ਹੁੰਦਾ, ਤੂੰ ਦੱਸ ਕਦੋਂ ਹੁੰਦਾ। ਵੀ ਅਸੀਂ ਭਲਿਓ ਲੋਕੋ ਜਿੰਨੀ ਕੁ ਜਾਣਕਾਰੀ ਆਪਣੇ ਆਪ ਨੂੰ ਹੈ, ਅਸੀਂ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਮਾਰੀਏ। ਕਿਸੇ ਦੇ ਵਿੱਚ ਕਸੂਰ ਕੱਢਣ ਤੋਂ ਪਹਿਲਾਂ ਅਸੀਂ ਇਹ ਵੇਖੀਏ ਕਿ ਅਸੀਂ ਕਿੱਥੇ ਕੁ ਖੜੇ ਹਾਂ, ਸਾਨੂੰ ਕਿੰਨੀ ਕੁ ਜਾਣਕਾਰੀ ਹੈ ਤੇ ਅਸੀਂ ਕਿੰਨੀ ਕੁ ਜਾਣਕਾਰੀ ਦੇ ਨਾਲ ਅੱਗੇ ਗੱਲ ਕਰਨੀ ਹੈ। ਪਰ ਨਹੀਂ, ਬਹੁਤਿਆਂ ਨੂੰ ਇਹ ਨਹੀਂ ਪਤਾ, ਬਹੁਤੇ ਇਹ ਸਿਰਫ ਨੰਬਰ ਬਣਾਉਣ ਦੀ ਕੋਸ਼ਿਸ਼ ਹੁੰਦੇ ਵੀ ਮੈਂ ਬਿਆਨ ਦੇ ਦਾਂ, ਮੇਰੀ ਫੋਟੋ ਹੋਣੀ ਚਾਹੀਦੀ ਇੱਕ ਵਾਰ। ਬਿਲਕੁਲ ਸਹੀ। ਹਰਮਨ ਜੀ ਇੱਕ ਨਾ ਗਾਣਾ ਮੈਨੂੰ ਚੇਤੇ ਆਈ ਜਾਂਦਾ, ਹੱਥ ਨਹੀਂ ਕਿਸੇ ਦੇ ਆਉਂਦਾ ਉੱਡਣਾ ਯਾਰ ਕੁੜੇ। ਤੁਹਾਨੂੰ ਅੱਜ ਕੱਲ ਨਾ ਕਿੱਦਾਂ ਕਿੱਦਾਂ ਦੇ ਗਾਣੇ ਯਾਦ ਆਉਂਦੇ। ਮੈਨੂੰ ਤਾਂ ਇਹ ਗਾਣਾ ਚੇਤੇ ਆ ਗਿਆ ਵੀ ਨਾ ਜਦੋਂ ਬੱਸਾਂ ਦੇ ਵਿੱਚ ਬੈਠੇ ਹੁੰਨੇ ਆ, ਹੁਣ ਬੱਸ ਵਾਲੇ ਨੇ ਆਪਣੀ ਮਰਜ਼ੀ ਮੁਤਾਬਕ ਥੋੜੀ ਗਾਣਾ ਲਾਉਣਾ, ਉਹ ਤਾਂ ਮਰਜ਼ੀ ਦੇ ਮੁਤਾਬਕ ਲਾਉ ਜਿਹੜਾ ਉਹਨੂੰ ਸੂਤ ਲੱਗਦਾ। ਉਹ ਤਾਂ ਆਪਣਾ ਫੁੱਲਾਂ ਭਰੀ ਚੰਗੇਰ ਪ੍ਰੋਗਰਾਮ ਚਲਾਉਂਦਾ। ਉਧਰ ਸਵਾਰੀ ਨੂੰ ਕੰਡਕਟਰ ਦੀ ਗੱਲ ਸੁਣੇ ਨਾ ਸੁਣੇ, ਉਹ ਕੰਡਕਟਰ ਨੂੰ ਕਹਿੰਦੀ ਹੁੰਦੀ ਵੀ ਭਾਈ ਮੈਨੂੰ 2 ਬਠਿੰਡੇ ਦੇ ਟਿਕਟਾਂ ਦੇਣੀ, ਉਹ ਕਹਿੰਦਾ ਗੰਗਾ ਨਗਰ ਦੀਆਂ, ਉਹ ਜਿਹੜਾ ਹੌਲੀ ਕਰਦਾ ਹੀ ਨਹੀਂ। ਬਿਲਕੁਲ ਸਹੀ ਗੱਲ। ਤੇ ਉਹ ਬੰਦਾ ਕਹਿੰਦਾ ਹੁੰਦਾ ਵੀ ਕਿੰਨੇ ਪੈਸੇ, ਉਹਨੇ ਅੱਗੋਂ ਕਿਹਾ ਹੁੰਦਾ ਵੀ 150 ਰੁਪਿਆ, ਇਧਰ ਸਮਝ ਆਈ ਜਾਂਦੀ ਹੁੰਦੀ ਵੀ 130 ਰੁਪਏ, 130 ਤੂੰ 20 ਮੋੜੇ ਨਹੀਂ। ਉਹ ਕਹਿੰਦਾ ਭਾਈ 20 ਮੁੜਦੇ ਹੀ ਨਹੀਂ। ਹਾਂ ਨਹੀਂ, ਬਹੁਤੀ ਵਾਰ ਇਹ ਹੁੰਦਾ ਬੰਦਾ ਰੌਲਾ ਪਾਈ ਜਾਊਗਾ ਪਿੱਛੇ ਖੜਾ, ਰੋਕ ਦੇ ਬੱਸ ਰੋਕ ਦੇ, ਉਹਨੂੰ ਸੁਣੇ ਤਾਂ ਉਹ ਰੋਕੇ, ਹਾਰ ਕੇ ਸਾਰੀ ਬੱਸ ਪੀਪਿਆਂ ਨੂੰ ਖੜਕਾਈ ਜਾਣਗੇ, ਜਿੱਥੇ ਦਾ ਲੱਗਦਾ ਉੱਥੇ ਹੱਥ ਮਾਰੀ ਜਾਣਗੇ, ਤੇ ਉਹਨੂੰ ਡੈਕ ਦੀ ਢੀਚੂ ਢੀਚੂ ਜੋ ਵੀ ਨਹੀਂ ਸੁਣਦਾ ਹੁੰਦਾ ਵੀ ਕੋਈ ਰੋਕਣ ਨੂੰ ਕਹਿ ਰਿਹਾ, ਹਾਰ ਕੇ ਕੋਲ ਜਾ ਕੇ ਉੱਚੀ ਸਾਰੀ ਕਹਿਣਾ ਪੈਂਦਾ ਭਾਈ ਰੋਕ ਦੇ। ਉੱਡਣਾ ਯਾਰ ਕੋਲੇ ਮੈਨੂੰ ਤਾਂ ਕਹਿਣਾ ਪਿਆ ਕਿਉਂਕਿ ਬੀਜੇਪੀ ਦੇ ਇੱਕ ਨੇਤਾ ਦੇ ਵੱਲੋਂ ਪਤਾ ਲੱਗਾ ਜੀ ਵੀ ਝਕਾਨੀ ਦੇ ਕੇ ਨਿਕਲਿਆ ਗਿਆ। ਇਹ ਪਟਿਆਲੇ ਦੇ ਵੱਲੋਂ ਖਬਰ ਆਈ ਹੈ। ਉੱਥੇ ਕਹਿੰਦੇ ਵੀ ਜਿਹੜੇ ਹਰਜੀਤ ਸਿੰਘ ਗਰੇਵਾਲ ਨੇ ਬੀਜੇਪੀ ਦੇ ਆਗੂ, ਉਹ ਪਹੁੰਚੇ ਸੀਗੇ ਤੇ ਜਦੋਂ ਉਹ ਕਿਸੇ ਰੈਸਟੋਰੈਂਟ ਦੇ ਵਿੱਚ ਰੋਟੀ ਖਾਣ ਗਏ ਤੇ ਆਲੇ ਦੁਆਲੇ ਕਹਿੰਦੇ ਵੀ ਕਿਸਾਨਾਂ ਨੇ ਘੇਰਾ ਘੱਤ ਲਿਆ। ਜਦੋਂ ਉਹਨਾਂ ਨੇ ਨਾਅਰੇਬਾਜ਼ੀ ਸ਼ੁਰੂ ਕਰਤੀ ਤੇ ਫਿਰ ਉਸ ਤੋਂ ਬਾਅਦ ਉਹ ਨਿਕਲ ਗਏ। ਹੁਣ ਇੱਕ ਵੀਡੀਓ ਆਈ ਹੈ ਜਿਹਦੇ ਵਿੱਚ ਜਿਪਸੀ ਪੁਲਿਸ ਦੀ, ਜਿਹਦੇ ਵਿੱਚ ਹੋਰ ਅਮਲਾ ਫੈਲਾ ਸੁਰੱਖਿਆ ਕਰਮਚਾਰੀ ਹੈ। ਪਰ ਜਦੋਂ ਗਰੇਵਾਲ ਸਾਹਿਬ ਦੇ ਨਾਲ ਗੱਲ ਕੀਤੀ, ਉਹ ਕਹਿੰਦੇ ਵੀ ਭਾਈ ਮੈਂ ਤਾਂ ਦੋਸਤ ਦੀ ਗੱਡੀ 'ਚ ਬੈਠ ਕੇ ਨਿਕਲ ਗਿਆ ਸੀ ਤੇ ਮੈਨੂੰ ਨਹੀਂ ਕੋਈ ਸਮੱਸਿਆ ਆਈ ਕਹਿੰਦੇ। ਤੇ ਵੈਸੇ ਉਹ ਕਹਿੰਦੇ ਵੀ ਇਹ ਨਾ ਮਾਓਵਾਦੀ ਤੇ ਜਿਹੜੇ ਨਕਸਲੀ ਆ ਉਹ ਆ, ਕਹਿੰਦਾ ਕਿਸਾਨ ਤਾਂ ਸਾਰੇ ਮੇਰੇ ਹੱਕ ਦੇ ਵਿੱਚ ਆ, ਇਹ ਮਾਓਵਾਦੀਆਂ ਨੇ ਤੇ ਨਕਸਲਵਾਦੀਆਂ ਨੇ ਕੰਮ ਖਰਾਬ ਕੀਤਾ ਤੇ ਇਹ ਵੀ ਬਹੁਤ ਜਲਦੀ ਹਟ ਜਾਣਾ। ਟਾਣਾ ਸਾਹਿਬ ਮੇਰੇ ਹਿਸਾਬ ਦੇ ਨਾਲ ਨਾ ਜਿੰਨੇ ਵੀ ਲੀਡਰ ਨੇ, ਮੈਂ ਕਿਸੇ ਇੱਕ ਵਿਸ਼ੇਸ਼ ਪਾਰਟੀ ਦੀ ਗੱਲ ਨਹੀਂ ਕਰ ਰਹੀ, ਜਿੰਨੇ ਵੀ ਲੀਡਰ ਨੇ ਉਹ ਜਿਹੜਾ ਵੀ ਬਿਆਨ ਦਿੰਦੇ ਨੇ ਉਹਦੇ ਬਾਬਤ ਮੈਂ ਗੱਲ ਕਰ ਰਹੀ ਹਾਂ ਕਿ ਇਹਨਾਂ ਨੂੰ ਇੱਕ ਵਾਰੀ ਜਿਹੜੀ ਪਰਿਭਾਸ਼ਾ ਹੈ ਉਹ ਜ਼ਰੂਰ ਪੁੱਛਣੀ ਚਾਹੀਦੀ ਹੈ ਕਿ ਇਹਨਾਂ ਦੇ ਹਿਸਾਬ ਦੇ ਨਾਲ ਖਾਲਿਸਤਾਨੀ ਦੀ ਪਰਿਭਾਸ਼ਾ ਕੀ ਹੈ, ਮਾਓਵਾਦੀ ਦੀ ਪਰਿਭਾਸ਼ਾ ਕੀ ਹੈ, ਵੱਖਵਾਦੀ ਦੀ ਪਰਿਭਾਸ਼ਾ ਕੀ ਹੈ। ਉਸ ਤੋਂ ਬਾਅਦ ਵਿੱਚ ਸਾਰੀ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਮੈਨੂੰ ਲੱਗਦਾ ਹੈ ਕਿ ਇਹਨਾਂ ਨੂੰ ਜਦੋਂ ਕੋਈ ਲਫ਼ਜ਼ ਹੀ ਨਹੀਂ ਲੱਭਦਾ ਬੋਲਣ ਦੇ ਲਈ, ਉਦੋਂ ਭਾਰਾ ਜਿਹਾ ਲਫ਼ਜ਼ ਲੱਭਦੇ, ਮਾਓਵਾਦੀ ਥੋੜਾ ਜਿਹਾ ਹੈਵੀ ਲੱਗ ਰਿਹਾ ਅੱਜ ਇਹ ਕਹਿਣਾ ਮੈਂ, ਹੈ ਨਾ, ਬਾਕੀ ਗੱਲਾਂ ਬਾਕੀ ਕਹਿ ਰਹੇ ਨੇ, ਮੈਂ ਕੁਝ ਵੱਖਰਾ ਕਹਿਣਾ। ਸੋ ਉਹ ਕਹਿਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਲੱਗੇ, ਸ਼ਾਇਦ ਇਹਨਾਂ ਨੂੰ ਆਪ ਨੂੰ ਵੀ ਨਹੀਂ ਪਤਾ ਕਿ ਕਿਸੇ ਇੱਕ ਲਫ਼ਜ਼ ਦੀ, ਕਿਸੇ ਸ਼ਬਦ ਦੀ ਪਰਿਭਾਸ਼ਾ ਕੀ ਹੁੰਦੀ ਹੈ ਤੇ ਉਹਨੂੰ ਕਿੱਥੇ ਵਰਤਿਆ ਜਾਣਾ ਚਾਹੀਦਾ। ਸਾਡੇ ਨਾ ਇੱਕ ਪੁਰਾਣਾ ਡੈਕ ਹੁੰਦਾ ਸੀਗਾ, ਉਹਦੇ ਵਿੱਚ ਨਾ ਜਿਹੜੀ ਰੀਲ ਉਹ ਵਲੀ ਜਾਂਦੀ ਹੁੰਦੀ ਸੀ ਤੇ ਜਦੋਂ ਰੀਲ ਫਸ ਜਾਂਦੀ ਕਿਚਰ ਵਿੱਚ ਏਦਾਂ ਕਰਦੀ ਸੀਗੀ। ਫਿਰ ਕਈ ਵਾਰੀ ਪੁਰਾਣਾ ਗਾਣਾ ਫਿਰ ਉੱਥੇ ਆ ਕੇ ਚੱਲ ਪੈਣਾ, ਜਦੋਂ ਸੀਡੀ ਫਸ ਜਾਂਦੀ ਆ ਉਦੋਂ ਫਿਰ ਗਾਣਾ ਉਹ ਚੱਲ ਪੈਣਾ। ਕਈਆਂ ਦੀ ਰੀਲ ਵਲੀ ਗਈ, ਕਈਆਂ ਦੀ ਸੀਡੀ ਫਸੀ ਪਈ ਆ, ਉਹ ਪਤਾ ਨਹੀਂ ਲੱਗਦਾ ਵੀ ਕੀ ਕਹੀ ਜਾਂਦੇ, ਉੱਥੇ ਹੀ ਫੇਰ ਆ ਜਾਂਦੇ ਆ ਮਾਓਵਾਦੀ ਮਾਓਵਾਦੀ ਮਾਓਵਾਦੀ, ਖਾਲਿਸਤਾਨੀ ਖਾਲਿਸਤਾਨੀ ਖਾਲਿਸਤਾਨੀ, ਅੱਤਵਾਦੀ ਅੱਤਵਾਦੀ ਅੱਤਵਾਦੀ, ਐਂ ਕਰੀ ਜਾਂਦੇ ਆ। ਭਲਿਓ ਮਾਨਸੋ, ਤੁਸੀਂ ਆਪ ਵੀ ਕਿਸਾਨ ਆ, ਤੁਹਾਨੂੰ ਖੁਦ ਸੋਚਣਾ ਚਾਹੀਦਾ ਵੀ ਉਹ ਅੰਨਦਾਤਾ ਉੱਥੇ ਕਿਹੜੀ ਗੱਲੋਂ ਬੈਠਾ। 75 ਤੋਂ ਵੱਧ ਕਿਸਾਨ ਇਸ ਵਕਤ ਸ਼ਹੀਦੀ ਪ੍ਰਾਪਤ ਕਰ ਗਏ ਆ। ਉਹ ਮਾਓਵਾਦੀ ਨਹੀਂ ਸੀ, ਨਾ ਉਹ ਕਿਸੇ ਦੇ ਭੇਜੇ ਹੋਏ ਆ, ਨਾ ਕਿਸੇ ਨੂੰ ਕੋਈ ਇੰਨੇ ਸਮੇਂ ਦੇ ਲਈ ਬਿਠਾ ਸਕਦਾ ਭਾਵੇਂ ਭੇਜੇ ਕਿਉਂ ਨਾ ਹੋਵੇ। ਕੱਲ ਮੈਂ ਇੱਕ ਵੀਡੀਓ ਵੇਖ ਰਹੀ ਸੀ ਟਾਣਾ ਸਾਹਿਬ, ਸਵਰਾ ਭਾਸਕਰ ਦੀ ਵੀਡੀਓ, ਉਹ ਵੀ ਕਿਸਾਨੀ ਅੰਦੋਲਨ ਦੇ ਵਿੱਚ ਪਹੁੰਚੀ ਹੈ ਬੀਬੀ, ਤੇ ਉਹਨਾਂ ਨੇ ਵੀ ਉੱਥੇ ਸਟੇਜ ਦੇ ਉੱਪਰ ਖੜ ਕੇ ਗੱਲਾਂ ਕੀਤੀਆਂ ਨੇ ਔਰ ਉਹਦੇ ਵਿੱਚ ਉਹਨਾਂ ਨੇ ਇੱਕ ਜ਼ਿਕਰ ਕੀਤਾ, ਕਹਿੰਦੇ ਵੀ ਮੈਂ ਜਦੋਂ ਇੱਥੇ ਬੈਠੀ ਇਹ ਸਾਰਾ ਕੁਝ ਸੁਣ ਰਹੀ ਸੀ ਤੇ ਇੱਕ ਬੀਬੀ ਜੀ ਨਾਲ ਬੈਠੇ ਸੀ, ਉਹਨਾਂ ਨੇ ਮੇਰੇ ਵੱਲ ਵੇਖਿਆ ਤੇ ਮੈਨੂੰ ਪੁੱਛਿਆ ਵੀ ਤੇਰਾ ਕਿਸਾਨੀ ਨਾਲ ਕੀ ਸੰਬੰਧ ਹੈ, ਤੇ ਕਹਿੰਦੇ ਮੈਂ ਕਿਹਾ ਵੀ ਕੁਝ ਵੀ ਨਹੀਂ,
ਕਹਿੰਦੇ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਕਿਸਾਨ ਦੀ ਧੀ ਹੈ, ਉਹ ਕਹਿੰਦੇ ਨਹੀਂ, ਕਹਿੰਦੇ ਤੂੰ ਕਦੀ ਸੋਚਿਆ ਵੀ ਤੇਰਾ ਵੀ ਇਸ ਕਿਸਾਨੀ ਦੇ ਨਾਲ ਸੰਬੰਧ ਹੈਗਾ? ਤੇ ਕਹਿੰਦੇ ਮੈਂ ਉਹਨਾਂ ਨੂੰ ਪੁੱਛਿਆ ਵੀ ਕੀ ਸੰਬੰਧ ਹੈ, ਕਹਿੰਦੇ ਉਹ ਮੈਨੂੰ ਕਹਿੰਦੇ ਰੋਟੀ ਖਾਣੀ ਹੈ, ਕਹਿੰਦੇ ਮੈਂ ਕਿਹਾ ਹਾਂ, ਕਹਿੰਦੇ ਬਸ ਇਹੀ ਤੇਰਾ ਸੰਬੰਧ ਹੈ। ਸੋ ਸਾਨੂੰ ਇਹ ਸਮਝਣਾ ਪਊਗਾ ਉਸ ਥਾਲ ਦੇ ਵਿੱਚ, ਉਸ ਪਲੇਟ ਦੇ ਵਿੱਚ ਜਿਹਦੇ ਵਿੱਚ ਰੋਟੀ ਆਉਂਦੀ ਹੈ, ਜਿਹਦੇ ਬਾਰੇ ਅਸੀਂ ਬਾਰ-ਬਾਰ ਇਹ ਕਹਿੰਦੇ ਆ ਕਿ ਇਸ ਰੋਟੀ ਖਾਤਰ ਅਸੀਂ ਤੁਰੇ ਫਿਰਦੇ ਆ, ਰੋਟੀ ਖਾਤਰ ਬੰਦਾ ਕੰਮ ਕਰਦਾ ਹੈ ਨਾ। ਸਾਨੂੰ ਇਹ ਸੋਚਣਾ ਚਾਹੀਦਾ ਵੀ ਉਹ ਰੋਟੀ ਆਉਂਦੀ ਕਿੱਥੋਂ ਹੈ, ਕਿਵੇਂ ਆਉਂਦੀ ਹੈ। ਉਹਨਾਂ ਨੇ ਬੜੀ ਸੋਹਣੀ ਗੱਲ ਕਹੀ, ਕਹਿੰਦੇ ਜੇ ਧਰਤੀ ਮਾਤਾ ਹੈ ਨਾ ਤਾਂ ਜਿਹੜਾ ਅੰਨਦਾਤਾ ਹੈ ਸਾਡਾ ਪਿਤਾ ਹੈ, ਇਹ ਉਹਦੇ ਵਿੱਚ ਬੀ ਬੋਂਦਾ ਹੈ, ਇਹ ਉਹਦੇ ਉੱਤੇ ਮਿਹਨਤ ਕਰਦਾ ਹੈ, ਇਹ ਸਾਡੇ ਲਈ ਰੋਟੀ ਜਿਹੜੀ ਹੈ ਉਹਦਾ ਪ੍ਰਬੰਧ ਕਰਦਾ ਹੈ। ਤੇ ਅੱਜ ਜੇ ਅਸੀਂ ਨਾ ਅੰਨਦਾਤਾਵਾਂ ਦੇ ਨਾਲ ਨਹੀਂ ਖੜੇ ਹੋਵਾਂਗੇ ਤਾਂ ਲਾਹਨਤ ਆ ਸਾਡੇ ਸਾਰੇ। ਤੇ ਜਿਹੜੇ ਇਹ ਗੱਲ ਕਹਿੰਦੇ ਵੀ ਉੱਥੇ ਡੀਜੇ ਲੱਗ ਜਾਂਦਾ, ਉੱਥੇ ਤਾਂ ਗਾਣੇ ਚੱਲਦੇ ਆ, ਉੱਥੇ ਤਾਂ ਮਸਾਜਾਂ ਚੱਲਦੀਆਂ, ਮਨੋਰੰਜਨ ਚੱਲਦਾ ਹੈਗਾ, ਉਹਨਾਂ ਨੂੰ ਬੇਨਤੀ ਹੈ ਵੀ ਸਾਰੀ ਦਿਹਾੜੀ ਤੁਹਾਡੇ ਕੀਰਨੇ ਪਾੜੇ ਬੜੇ ਔਖੇ ਆ, ਤੁਹਾਡੇ ਵੈਣ ਹੀ ਪਾਈ ਜਾਗੇ, ਇਹ ਵੀ ਕੰਮ ਔਖਾ, ਕਿਉਂਕਿ ਹੁਣ 2.5 ਮਹੀਨਾ ਲਗਾਤਾਰ ਤੁਹਾਡੇ ਵੈਣ ਪਾਈ ਗਏ, ਇਹ ਗੱਲ ਚੰਗੀ ਨਹੀਂ ਨਾ ਲੱਗਦੀ। ਬਿਲਕੁਲ, ਸਾਨੂੰ ਸ਼ਰਮ ਆਉਂਦੀ ਹੈ। ਜੱਜ ਦਾ ਵਿਚਾਰ। ਤੇ ਹੁਣ ਅਗਲੀਆਂ ਖਬਰਾਂ ਵੱਲ ਵਧੀਏ। ਬਿਲਕੁਲ ਹਰਮਨ ਜੀ, ਗੱਲ ਇਹ ਹੈ ਵੀ ਇੱਕ ਅਮਰ ਸਿੰਘ ਨਾਂ ਦੇ ਸੱਜਣ ਨੇ 69 ਸਾਲ 69 ਈਅਰ 올ਡ, ਇਹਨਾਂ ਦੀ ਉਮਰ ਹੈ 1+70 ਵਰਿਆਂ ਦੀ ਜੀ। ਇਹ ਵੀ ਕਹਿੰਦੇ ਦੌੜ ਕੇ ਬੌਡੇ ਪਿੰਡ ਤੋਂ ਨਿਹਾਲ ਸਿੰਘ ਵਾਲੇ ਦੇ ਕੋਲੇ ਪਿੰਡ ਜੀ, ਤੇ ਕਹਿੰਦੇ ਵੀ ਦਿੱਲੀ ਬਾਰਡਰ ਦੇ ਵੱਲ ਚੱਲੇ ਆ। ਵਾਹ, 325 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਆ ਜੀ। ਸਾਬਕਾ ਫੌਜੀ ਆ, ਵੈਸੇ ਵੀ ਕਹਿੰਦੇ ਵੀ ਬਹੁਤ ਜ਼ਿਆਦਾ ਦੌੜਦੇ ਇਹ, ਤੇ ਇਹਨਾਂ ਨੇ ਦੌੜ ਕੇ ਜਾਣਾ ਉੱਥੇ ਤੈਅ ਕੀਤਾ ਹੈਗਾ, ਤੇ ਗੁਰਦੁਆਰਾ ਸਾਹਿਬ ਦੇ ਵਿੱਚ ਟੇਕ ਕੇ ਮੱਥਾ, ਤੇ ਕਹਿੰਦੇ ਵੀ ਮੈਂ ਦੌੜ ਕੇ ਚੱਲਿਆ, ਨਾਲੇ ਅਲਖ ਜਗਾਊਂਗਾ, ਨਾਲੇ ਯੋਗਦਾਨ ਪਾਉਂਗਾ, ਜਾਣ ਨੂੰ ਬੱਸ 'ਚ ਵੀ ਜਾ ਸਕਦਾ, ਪੈਨਸ਼ਨ ਆਉਂਦੀ ਆ, ਕਾਰ 'ਚ ਵੀ ਜਾ ਸਕਦਾ, ਕਿਸੇ ਦੇ ਟਰੈਕਟਰ ਤੇ ਵੀ ਜਾ ਸਕਦਾ, ਪਰ ਦੌੜ ਕੇ ਜਾਊਂਗਾ। ਕੀ ਬਾਤ ਹੈ, ਸਦਕੇ ਜਾਈਏ ਬਾਪੂ ਜੀ ਦੇ, ਜਿਨ੍ਹਾਂ ਨੇ ਏਡਾ ਹੌਸਲਾ ਵਿਖਾਇਆ। ਟਾਣਾ ਸਾਹਿਬ, ਅੱਜ ਦੇ ਸਮੇਂ ਦੇ ਵਿੱਚ ਵੈਸੇ ਵੀ ਸਿਹਤਾਂ ਕਿੱਦਾਂ ਕਿੱਦੀਆਂ ਰਹਿ ਗਈਆਂ, ਜਾਂ ਕਿੰਨਾ ਕੁ ਅਸੀਂ ਸਿਹਤ ਪ੍ਰਤੀ ਜਾਗਰੂਕ ਆ, ਇਹ ਵੀ ਆਪਾਂ ਸਾਰੇ ਜਾਣਦੇ ਆ, ਪਰ ਬਾਪੂ ਜੀ ਸਦਾ ਤੰਦਰੁਸਤ ਰਹਿਣ, ਤੇ ਉਹਨਾਂ ਨੇ ਇਹ ਜਿਹੜਾ ਕੰਮ ਕੀਤਾ ਵਾਕਈ ਕਾਬਿਲੇ ਤਾਰੀਫ। ਬਿਲਕੁਲ ਜੀ, ਮੇਰੀ ਬੇਨਤੀ ਇਹ ਹੈ ਵੀ ਨਾ ਸਾਰੇ ਜਾਣੇ ਆਪਣੀ ਸਿਹਤ ਦੇ ਪ੍ਰਤੀ ਵੀ ਸੁਜਾਗ ਰਹਿਣ, ਤੇ ਇਸ ਵਕਤ ਅੰਦੋਲਨ ਨੂੰ ਅੱਗੇ ਵਧਾਉਣ ਦੇ ਲਈ, ਅੰਦੋਲਨ ਦੇ ਵਿੱਚ ਰੂਹ ਹੋਰ ਫੂਕਣ ਦੇ ਲਈ, ਜਿਵੇਂ ਜਿਵੇਂ ਵੀ ਆਪਾਂ ਤਰਕੀਬਾਂ ਦੇ ਨਾਲ ਸੋਹਣੇ ਤਰੀਕੇ ਨਾਲ, ਸ਼ਾਂਤਮਈ ਤਰੀਕੇ ਦੇ ਨਾਲ ਆਪਣੀ ਪੇਸ਼ਕਾਰੀ ਕਰ ਸਕਦੇ ਹਾਂ, ਉਹ ਵੀ ਕਰੀਏ। ਕਿਉਂਕਿ ਇਸ ਵਕਤ ਕੋਈ ਸਾਈਕਲ ਦੇ ਉੱਤੇ ਜਾ ਰਿਹਾ, ਕੋਈ ਮੋਢੇ ਦੇ ਉੱਤੇ ਝੰਡਾ ਰੱਖ ਕੇ ਜਾ ਰਿਹਾ, 3 ਪੀੜ੍ਹੀਆਂ ਉੱਥੇ ਜਾ ਰਹੀਆਂ, ਉੱਥੇ ਮਾਵਾਂ ਧੀਆਂ ਬੈਠੀਆਂ ਹੋਈਆਂ। ਮੈਂ ਕੱਲ ਇੱਕ ਰਿਪੋਰਟ ਪੜ੍ਹੀ, ਉਹਦੇ ਵਿੱਚ ਨਾਨੀ ਵੀ ਆ, ਉਹਦੇ ਵਿੱਚ ਦੋਤੀ ਵੀ ਆ, ਤੇ ਮਾਂ ਵੀ ਆ। ਵਾਹ, 3 ਜਣੀਆਂ ਬੈਠੀਆਂ। ਕਿਆ ਬਾਤ। ਉਹ ਕਹਿੰਦੀਆਂ ਵੀ ਕੋਈ ਗੱਲ ਨਹੀਂ ਜੀ, ਮਾੜਾ ਕਹਿ ਲੈਂਦੇ ਹੋ, ਬਿਲਕੁਲ ਅਸੀਂ ਬੈਠੇ ਰਹਿਣਾ। ਦੇਖੋ ਕਿੰਨੀ ਵੱਡੀ ਚੀਜ਼ ਹੈ ਟਾਣਾ ਸਾਹਿਬ, ਕਿ ਚਾਹੇ ਗੋਦੀ ਮੀਡੀਆ ਨੂੰ ਜੋ ਮਰਜ਼ੀ ਲੱਗਦਾ ਰਵੇ ਕਿ ਰੋਟੀ ਬਣਾਉਣ ਨੂੰ ਲੈ ਕੇ ਆਂਦੀਆਂ ਨੇ, ਐ ਹੋ ਗਿਆ ਉਹ ਹੋ ਗਿਆ, ਪਰ ਉਹਨਾਂ ਨੂੰ ਜ਼ਮੀਨੀ ਹਕੀਕਤ ਵੇਖ ਕੇ ਵੀ ਉਹ ਜਿਹੜਾ ਮੂੰਹ ਘੁਮਾ ਰਹੇ ਨੇ ਨਾ, ਉਹਦੇ ਉੱਤੇ ਜ਼ਰੂਰ ਬੰਦੇ ਨੂੰ ਹੈ ਨਾ ਥੋੜਾ ਡਾਊਟ ਜਿਹਾ ਹੁੰਦਾ। ਨਹੀਂ, ਜਿਹੜੇ ਇਹ ਗੱਲ ਕਹਿੰਦੇ ਨਾ ਕਿ ਇਹ ਤਾਂ ਖਾਣਾ ਬਣਾने के लिए कर आए हैं, फलाना है, ढिंगड़ा है, ਉਹ 3-4 फुलके चोपड़ के आ गल करते हैं जी, फिर के ना गोगड़ ते हाथ, ये देखिए कैसे अनशन कर रहे हैं, कैसे ये अंदोलन चल रहा है। ਪਹਿਲਾਂ ਤੁਸੀਂ ਰੋਟੀ ਪਾਣੀ ਇੱਥੋਂ ਛੱਕ ਕੇ ਕਹਿੰਦੇ ਆ, ਜਿਨ੍ਹਾਂ ਦਾ ਲੂਣ ਖਾਦਾ ਹੋਵੇ ਉਹ ਹਰਾਮ ਨਹੀਂ ਕਰੀਦਾ। ਨਾਲੇ ਸਭ ਤੋਂ ਵੱਡੀ ਚੀਜ਼ ਇਹ, ਆਪਾਂ ਇਸ ਚੀਜ਼ ਦੇ ਗਵਾਹ ਆ ਕਿ ਅਸੀਂ ਉੱਥੇ ਬਹੁਤ ਘੱਟ ਬੀਬੀਆਂ ਨੂੰ ਵਾਕਈ ਲੰਗਰ ਬਣਾਉਂਦਿਆਂ ਵੇਖਿਆ। ਜਿੰਨੇ ਵੀ ਬੰਦੇ ਨੇ ਉਹ ਸਾਰੇ ਇਹ ਕੰਮ ਕਰ ਰਹੇ ਨੇ, ਬੀਬੀਆਂ ਬਰਾਬਰ ਮੋਢੇ ਨਾਲ ਮੋਢਾ ਜੋੜ ਕੇ ਅੰਦੋਲਨ ਦੇ ਵਿੱਚ ਬੈਠੀਆਂ ਨੇ। ਲੰਗਰ ਬਣਾਉਣ ਵਾਲਿਆਂ ਦੀ ਮਰਜ਼ੀ ਆ, ਉਹ ਔਰਤਾਂ ਬਣਾਉਂਦੀਆਂ, ਬੱਚੇ ਬਣਾਉਂਦੇ ਆ ਕਿ ਬਜ਼ੁਰਗ ਬਣਾਉਂਦੇ ਆ, ਇਹ ਢੇਕੇ ਲੱਗਦੇ ਆ। ਬਿਲਕੁਲ ਸਹੀ ਗੱਲ ਹੈ, ਪਰ ਤੁਸੀਂ ਵੇਖੋ ਵੀ ਇੱਕ ਬੰਨੇ ਤਾਂ ਆਪਾਂ ਇਹ ਬਾਪੂ ਜੀ ਦੀ ਗੱਲ ਕਰ ਲਈ, ਦੂਸਰੇ ਬੰਨੇ ਬੇਬੇ ਮਹਿੰਦਰ ਕੌਰ ਹੋਰਾਂ ਦੀ ਵੀ ਜ਼ਰੂਰ ਗੱਲ ਕਰੀਏ, ਕਿਉਂਕਿ ਉਹਨਾਂ ਦਾ ਨਾਂ ਵੀ ਇਸ ਵੇਲੇ ਦੁਬਾਰਾ ਤੋਂ ਸੁਰਖੀਆਂ ਦੇ ਵਿੱਚ ਹੈ। ਪਹਿਲਾਂ ਵੀ ਬੇਬੇ ਜੀ ਨੇ ਜਿਸ ਹਿਸਾਬ ਦੇ ਨਾਲ ਗੱਲ ਦਾ ਜਵਾਬ ਦਿੱਤਾ ਸੀ ਨਾ, ਸਵਾਦ ਹੀ ਲਿਆਤਾ ਸੀ। ਬਿਲਕੁਲ ਜੀ, ਬੇਬੇ ਮਹਿੰਦਰ ਕੌਰ ਨੇ ਜਿਹੜੇ ਉਹ ਬਠਿੰਡੇ ਦੀ ਅਦਾਲਤ ਦੇ ਵਿੱਚ ਪਹੁੰਚੇ, ਉਹਨਾਂ ਨੇ ਕੰਗਣਾ ਰਣੌਤ ਦੇ ਉੱਤੇ ਮਾਣ ਦੀ ਹਾਨੀ ਦਾ ਕੇਸ ਕੀਤਾ ਹੋਇਆ, ਤੇ ਉਹ ਹੁਣ ਅਗਲੀ ਤਰੀਕ ਪੈ ਗਈ 14 ਜਨਵਰੀ, ਤੇ ਉੱਥੇ ਬੇਬੇ ਨੇ ਇਹ ਗੱਲ ਕਹੀ ਆ ਵੀ ਮੈਂ ਤਾਂ ਪਾਨੂੰ ਪਟਾਕੇ। ਬੇਬੇ ਕਹਿੰਦੀ ਵੀ ਇਹਨੇ ਮੇਰੇ ਉੱਤੇ ਵਾਰ ਕੀਤਾ, ਕੱਲ ਦੀ ਜਵਾਕੜੀ ਆ, ਤੇ ਇਹਨੇ ਮੇਰੀ ਉਮਰ ਨੂੰ ਆ ਜਿਹੜਾ ਉਹ ਧਿਆਨ ਦੇ ਵਿੱਚ ਨਹੀਂ ਰੱਖਿਆ, ਤੇ ਅਸੀਂ ਵਿਕਣ ਵੁਕਣ ਵਾਲੀਆਂ ਨਹੀਂ, ਅਸੀਂ ਤਾਂ ਖੜਨ ਵਾਲੀਆਂ, ਤੇ ਜਿੰਨਾ ਚਿਰ ਮੈਂ ਜਿਉਣੀ ਆ ਤੇ ਉਹਨਾਂ ਚਿਰ ਮੈਂ ਖੜੀ ਰਹੂੰਗੀ। ਮੈਂ ਐ ਨਹੀਂ ਵੀ ਲੱਕੜ ਦੇ ਘੋੜੇ ਤੇ ਬੈਠ ਕੇ ਤੇ ਐ ਕਰਦੀ ਫਿਰ ਸਪਰਿੰਗ ਵਾਲੇ ਤੇ। ਹਾਂ, ਤੁਸੀਂ ਅਸਲ ਦੇ ਵਿੱਚ ਕੁਝ ਕਰਕੇ ਵਿਖਾਓ। ਇਹ ਤੁਸੀਂ ਝਾਂਸੀ ਕੀ ਰਾਣੀ ਫਿਲਮ ਦੀ ਗੱਲ ਕੀਤੀ ਹੈ, ਜਿੱਦੀ ਸ਼ੂਟਿੰਗ ਦੇ ਦੌਰਾਨ ਇਹ ਸਾਰਾ ਕੁਝ ਕੀਤਾ ਗਿਆ ਸੀ, ਉਹ ਅਸਲ ਝਾਂਸੀ ਦੀ ਰਾਣੀ ਦਾ ਮੁਕਾਬਲਾ ਤੁਸੀਂ ਕਿਵੇਂ ਕਰ ਸਕਦੇ ਹੋ? ਨਾਲੇ ਗੱਲ ਇਹ ਆ ਵੀ ਬੇਬੇ ਜੀ ਨੇ ਜਿਵੇਂ ਦਲੀਲਾਂ ਉੱਥੇ ਦਿੱਤੀਆਂ ਨੇ, ਜਿਵੇਂ ਡਟ ਕੇ ਉਹ ਖੜੇ ਨੇ, ਵਾਕਈ ਉੱਥੇ ਵੀ ਪੱਤਰਕਾਰਾਂ ਨੇ ਉਹਨਾਂ ਨਾਲ ਗੱਲਬਾਤ ਕੀਤੀ ਹੈ, ਉਹ ਕਹਿੰਦੇ ਵੀ ਮੈਂ ਨਹੀਂ ਪਿੱਛੇ ਹਟਣ ਵਾਲੀ, ਮੈਂ ਪੂਰੀ ਤਰ੍ਹਾਂ ਨਾਲ ਤਿਆਰ ਹਾਂ ਔਰ ਜਵਾਬ ਦਊਂਗੀ ਇਸ ਗੱਲ ਦਾ। ਬਿਲਕੁਲ ਸਹੀ ਗੱਲ ਹੈ ਹਰਮਨ ਜੀ, ਇੱਕ ਬੰਦੇ ਦੀਆਂ ਇੱਕੋ ਦਿਨ 2 ਪ੍ਰੀਖਿਆਵਾਂ। ਪਹਿਲਾਂ ਸਪਲੀ ਵਗੈਰਾ ਆ ਗਈ ਸੀ? ਨਹੀਂ, ਸਪਲੀ ਤੋਂ ਭਾਵ ਮਤਲਬ ਫੇਲ ਹੋ ਗਿਆ ਸੀ, ਕੰਪਾਰਟਮੈਂਟ ਇੱਕ ਪੇਪਰ ਦੇ ਵਿੱਚੋਂ ਫੇਲ ਹੋ ਗਿਆ, ਮਤਲਬ ਕੁਝ ਕ ਨੰਬਰ ਜਿਹੜੇ ਉਹ ਥੁੜਦੇ ਸੀ ਤੇ ਫੇਲ ਹੀ ਹੋ ਗਿਆ, ਦੂਜਾ ਮੌਕਾ ਮਿਲਿਆ ਉਹਨੂੰ। ਮਤਲਬ ਇਹ ਵੀ ਜਦੋਂ ਦੁਬਾਰਾ ਪ੍ਰੀਖਿਆ 'ਚ ਬਹਿਣਾ ਪੈਣਾ
ਤੇ ਫਿਰ ਫੇਲ ਹੀ ਆ ਜੀ, ਆਪਾਂ ਇਹ ਕਹਿ ਸਕਦੇ ਆ ਨਾ। ਬਿਲਕੁਲ। ਹੁਣ ਜੇ ਮੰਨ ਲਓ 33 ਨੰਬਰਾਂ ਵਾਲਾ ਪਾਸ ਆ ਤੇ ਤੁਹਾਨੂੰ ਆਏ 32 ਤੇ ਆਪਾਂ ਫੇਲ ਹੀ ਕਵਾਂਗੇ, ਐਂ ਥੋੜੀ ਕਵਾਂਗੇ ਵੀ ਵੈਸੇ ਉਹਨਾਂ ਨੇ ਚਿੱਤ ਜਾ ਕੀਤਾ ਘਟਾ ਲਿਆ ਜੀ। ਆਪਾਂ ਦੋ ਪ੍ਰੀਖਿਆਵਾਂ ਦੀ ਗੱਲ ਆ। ਕਹਿੰਦੇ ਵੀ ਇੱਕੋ ਦਿਨ ਬੰਦੇ ਨੇ ਦੋਨਾਂ ਹੀ ਪ੍ਰੀਖਿਆਵਾਂ ਦੇ ਵਿੱਚ ਪੈਰ ਧਰਿਆ। ਓਹੋ, ਮੈਂ ਉਹੀ ਪੁੱਛ ਰਹੀ ਇੱਕ ਤਾਂ ਉਹਦਾ ਵਿਆਹ, ਅੱਛਾ, ਤੇ ਦੂਜਾ ਉਹਦੀ ਅਧਿਆਪਕ ਯੋਗਤਾ ਪ੍ਰੀਖਿਆ। ਅੱਛਾ ਜੀ। ਉਧਰ ਜਾ ਕੇ ਉਹਨੇ ਲਾਵਾਂ ਦਾ ਕੰਮ ਜਿਹੜਾ ਮੁਕੰਮਲ ਕੀਤਾ। ਉਸ ਤੋਂ ਬਾਅਦ ਉਹ ਆਇਆ 150 ਕਿਲੋਮੀਟਰ ਚੱਲ ਕੇ, ਉਹਨੇ ਪ੍ਰੀਖਿਆ ਦੇ ਵਿੱਚ ਹਿੱਸਾ ਲਿਆ ਜੀ। ਉਸ ਤੋਂ ਬਾਅਦ ਫੇਰ ਚੱਲ ਕੇ ਗਿਆ ਤੇ ਉਹਨੇ ਬਾਕੀ ਰਸਮਾਂ ਪੂਰੀਆਂ ਕੀਤੀਆਂ ਤੇ ਫਿਰ ਡੋਲੀ ਲੈ ਕੇ ਤੇ ਘਰ ਨੂੰ ਤੁਰ ਪਿਆ। ਵਾਹ। ਉਹ ਕਹਿੰਦਾ ਵੀ ਮੇਰੇ ਲਈ ਸੀ ਤਾਂ ਪਰੇਸ਼ਾਨੀ ਵਾਲੀ ਗੱਲ ਵੀ ਯਾਰ ਆ ਵੀ ਪ੍ਰੀਖਿਆ ਉਮਰ ਭਰਦੀ ਆ, ਇਸ ਪ੍ਰੀਖਿਆ ਦਾ ਵੀ ਕੋਈ ਪਤਾ ਨਹੀਂਗਾ, ਪਰ ਮੈਂ ਦੋਵੇਂ ਪ੍ਰੀਖਿਆਵਾਂ ਬਰਾਬਰ ਦਿੱਤੀਆਂ ਤੇ ਮੈਨੂੰ ਲੱਗਦਾ ਵੀ ਦੋਨੋਂ ਪ੍ਰੀਖਿਆਵਾਂ ਬੜੀਆਂ ਵਧੀਆ ਨਤੀਜੇ ਲੈ ਕੇ ਆਉਣਗੀਆਂ। ਵਾਹ, ਕੀ ਬਾਤ ਹੈ। ਜਿਹੜਾ ਲਾੜਾ ਹੈ, ਜਿਹੜਾ ਮੁੰਡਾ ਹੈ, ਇਹ ਵਿਆਹ ਕਰਵਾਉਣ ਦੇ ਲਈ ਰਟਿੰਡੇ ਪਿੰਡ ਦੇ ਵਿੱਚ ਗਿਆ ਸੀ ਜੀ। ਉਸ ਪਿੰਡ ਤੋਂ ਇਹ ਮੁੜ ਕੇ ਦੁਬਾਰਾ ਜਲੰਧਰ ਆਇਆ ਆਪਣੀ ਪ੍ਰੀਖਿਆ ਦੇਣ ਦੇ ਲਈ ਤੇ 150 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਦੁਬਾਰਾ ਵਾਪਸ ਗਿਆ ਰਸਮਾਂ ਜਿਹੜੀਆਂ ਰਹਿੰਦੀਆਂ ਸੀ ਉਹਨਾਂ ਨੂੰ ਪੂਰੀਆਂ ਕਰਨ ਦੇ ਲਈ, ਤੇ ਉਸ ਤੋਂ ਬਾਅਦ ਡੋਲੀ ਲੈ ਕੇ ਤੇ ਆਪਣੇ ਘਰੇ ਗਿਆ। ਬੜੀ ਚੰਗੀ ਗੱਲ ਹੈ। ਜਜ਼ਬਾ ਕਿੰਨਾ ਵੱਡਾ ਹੋਏਗਾ। ਬਿਲਕੁਲ ਜੀ, ਬੜੀ ਚੰਗੀ ਗੱਲ ਆ। ਜਿਹਨੇ ਪੇਪਰ ਨਹੀਂ ਦੇਣੇ ਉਹਦੇ ਕੋਲੇ 100 ਬਹਾਨੇ ਆ। ਬਿਲਕੁਲ ਸਹੀ। ਕਹਿੰਦਾ ਮੇਰਾ ਤਾਂ ਵਿਆਹ ਆ ਗਿਆ ਸੀ ਯਾਰ, ਇਹ ਤਾਂ ਮੌਕੇ ਦੇ ਉੱਤੇ ਮੈਨੂੰ ਪਤਾ ਲੱਗਾ ਵੀ ਭਾਈ ਮੇਰੀ ਪ੍ਰੀਖਿਆ ਇਦਾਂ ਹੈਗੀ ਆ, ਅਗਲੀ ਵਾਰ ਕਰ ਲਾਂਗੇ। ਕਿਸਮਤ ਚ ਨਹੀਂ ਨਾ ਹੈਗਾ ਜੀ, ਇਹ ਕਿਸਮਤ ਆ ਖਰਾਬ ਭਰਾਵਾ। ਜਿਹਨੇ ਬਹਾਨੇ ਜੇ ਲਾਉਣੇ ਆ ਉਹ 3600 ਕਿਸਮ ਦੇ ਲਾ ਸਕਦਾ, ਪਰ ਜਿਹਨੇ ਨਹੀਂ ਲਾਉਣੇ ਉਹ ਇਉਂ ਜਾਂਦਾ ਜਿਹੜੇ ਤੁਸੀਂ ਗੱਲ ਕੀਤੀ ਆ। ਬਿਲਕੁਲ ਸਹੀ। ਤੇ ਜਿਹੜੀ ਅੱਗੋਂ ਹਮਸਫਰ ਬਣੀ ਆ ਮੋਨਿਕਾ, ਉਹ ਵੀ ਭਾਵਕ ਹੋ ਗਈ। ਕੀ ਬਾਤ ਹੈ। ਕਹਿੰਦੀ ਜ਼ਿੰਦਗੀ ਗੱਲ ਇਹ ਆ ਵੀ ਤੂੰ ਜਾ ਪਾਸ ਹੋਵੇਂ, ਆਪਣੇ ਘਰ ਦੇ ਵਿੱਚ ਖੁਸ਼ਹਾਲੀ ਆਊਗੀ। ਕੀ ਬਾਤ ਹੈ। ਪਰ ਦੁੱਖ ਉਦੋਂ ਹੁੰਦਾ ਟਾਣਾ ਸਾਹਿਬ ਜਦੋਂ ਨਾ, ਠੀਕ ਹੈ ਉਹਨਾਂ ਨੇ ਪ੍ਰੀਖਿਆ ਦਿੱਤੀ, ਬਹੁਤ ਸੋਹਣੀ ਗੱਲ ਹੈ, ਇੱਕ ਚੰਗੇ ਭਵਿੱਖ ਦੀ ਆਸ ਦੇ ਵਿੱਚ ਸਾਰਾ ਕੁਝ ਕੀਤਾ, ਪਰ ਜਦੋਂ ਸਾਡੀਆਂ ਸਰਕਾਰਾਂ ਇਹਨਾਂ ਮਿਹਨਤਾਂ ਦੇ ਉੱਪਰ ਪਾਣੀ ਫੇਰ ਦਿੰਦੀਆਂ ਨੇ ਨਾ। ਮੈਂ ਅੱਜ ਖਬਰ ਪੜ੍ਹ ਰਹੀ ਸੀ, ਬਹੁਤ ਸਾਰੇ ਜਿਹੜੇ ਯੋਗ ਕਹਿ ਲੋ ਅਧਿਆਪਕ ਨੇ ਜਿਹੜੇ ਭਰਤੀ ਹੋਣਾ ਚਾਹੁੰਦੇ ਨੇ, ਬੇਰੁਜ਼ਗਾਰ ਨੇ ਜਿਹੜੇ, ਉਹ ਵਿਚਾਰੇ ਇਸ ਵੇਲੇ ਧਰਨੇ ਦੇ ਉੱਪਰ ਬੈਠੇ ਹੋਏ ਨੇ, ਉਹਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ। ਦੁੱਖ ਉਦੋਂ ਹੁੰਦਾ ਹੈ ਕਿ ਹਰ ਬੰਦਾ ਮਿਹਨਤ ਕਰਕੇ ਇਹਨਾਂ ਪ੍ਰੀਖਿਆਵਾਂ ਨੂੰ ਤਾਂ ਦਿੰਦਾ ਹੈ ਕਿ ਉਹ ਆਪਣੇ ਚੰਗੇ ਭਵਿੱਖ ਦੀ ਆਸ ਕਰਦਾ ਹੈ, ਪਰ ਜਦੋਂ ਚੰਗੇ ਭਵਿੱਖ ਦੀ ਥਾਂ ਦੇ ਉੱਪਰ ਏਦਾਂ ਟੈਂਕੀਆਂ ਤੇ ਚੜ੍ਹਨਾ ਪਏ, ਪੁਲਿਸ ਦੀਆਂ ਡਾਂਗਾਂ ਖਾਣੀਆਂ ਪੈਣ, ਉਦੋਂ ਦੁੱਖ ਹੁੰਦਾ ਵੀ ਕੀ ਖੱਟਿਆ। ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਅਧਿਆਪਕ ਦਾ ਇੰਨਾ ਸਤਿਕਾਰ ਆ ਵੀ ਪੁੱਛੋ ਕੁਛ ਨਾ। ਬਿਲਕੁਲ ਸਹੀ। ਉੱਥੇ ਅਧਿਆਪਕ ਨੂੰ ਇੰਨਾ ਕੁ ਮਾਣ ਮੱਤਾ ਰੁਤਬਾ ਮਿਲਦਾ, ਇੰਨਾ ਕੁ ਸਤਿਕਾਰ ਦਿੱਤਾ ਜਾਂਦਾ ਵੀ ਸ਼ਬਦਾਂ ਦੇ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ। ਇੱਥੇ ਅਧਿਆਪਕ ਬਣ ਕੇ 200 ਚੁਣੌਤੀਆਂ, ਉਹਨੂੰ ਕਹਿੰਦੇ ਲੈ ਜੀ ਕਰੋਨਾ ਵਾਲੇ ਪਾਸੇ ਆ ਜਾ, ਫਿਰ ਕਹਿੰਦੇ ਨੇ ਜੀ ਹੁਣ ਵੋਟਾਂ ਆ ਗਈਆਂ ਉਧਰਲੇ ਪਾਸੇ ਆ ਜਾਓ, ਫਿਰ ਕਹਿੰਦੇ ਨੇ ਪੋਲੀਓ ਦੀਆਂ ਬੂੰਦਾਂ ਪਿਆ ਦਿਓ, ਫਿਰ ਕਹਿੰਦੇ ਨੇ ਹੁਣ ਤੁਸੀਂ ਆਹ ਕਰ ਦਿਓ, ਫਿਰ ਆਹ ਕੰਮ ਕਰ ਦਿਓ। ਅਧਿਆਪਕਾਂ ਤੋਂ ਅਧਿਆਪਨ ਵਾਲਾ ਕੰਮ ਨਹੀਂ ਲੈਂਦੇਗੇ, ਜਾਂ ਬਹੁਤ ਘੱਟ ਲੈਂਦੇ ਆ। 3600 ਕਿਸਮ ਦੀਆਂ ਹੋਰ ਅਖੇ ਮਰਦਮਸ਼ੁਮਾਰੀ ਕਰ ਦਿਓ ਜੀ। ਹੁਣ ਤਾਂ ਇਹ ਵੀ ਕੰਮ ਸ਼ੁਰੂ ਹੋ ਗਿਆ ਵੀ ਘਰਾਂ ਦੇ ਵਿੱਚੋਂ ਬੱਚੇ ਖਿੱਚ ਕੇ ਲਿਆਓ, ਪਤਾ ਲੱਗੋ ਵੀ ਭਾਈ ਤਮੰਨਾ ਦੇ ਨਿਆਣਾ ਕਦੋਂ ਹੋਇਆ, ਵੀ ਭਾਈ ਉਹਦੇ ਮੁੰਡਾ ਹੋਇਆ ਕਿ ਕੁੜੀ ਹੋਈ ਆ, ਉਹ ਕਿੱਡਾ ਕੁ ਹੋ ਗਿਆ, ਜੇ 2.5 ਸਾਲ ਦਾ ਹੈਗਾ ਲਿਆਓ ਚੱਕ ਕੇ ਉਹਨੂੰ ਜੀ। ਇਹ ਕੋਈ ਕੰਮ ਥੋੜੀ ਹੈ, ਜਿਹੜੇ ਕੰਮ ਦੇ ਲਈ ਉਹਨਾਂ ਨੂੰ ਭਰਤੀ ਕੀਤਾ ਹੈ ਜਾਂ ਜੋ ਉਹਨਾਂ ਦਾ ਕਿੱਤਾ ਹੈ, ਤੁਸੀਂ ਉਹ ਕੰਮ ਦਿਓ ਵੀ ਤੁਸੀਂ ਬੱਚਿਆਂ ਨੂੰ ਇਦਾਂ ਪੜ੍ਹਾਓ। ਬੱਚਿਆਂ ਨੂੰ ਅੱਜ ਕੱਲ ਸਾਰਾ ਕੁਝ ਆਧੁਨਿਕ ਹੋ ਗਿਆ, ਉਸ ਤਰੀਕੇ ਨਾਲ ਪੜ੍ਹਾਉਣਾ ਸ਼ੁਰੂ ਕਰੋ। ਆਪਾਂ ਸਰਕਾਰੀ ਸਕੂਲਾਂ ਦਾ ਜਿਹੜਾ ਮਿਆਰ ਆ ਉੱਚਾ ਕਰੀਏ, ਇਹ ਤਾਂ ਗੱਲਾਂ ਹੋਣੀਆਂ ਚਾਹੀਦੀਆਂ। ਆਹ ਕਿਹੜੇ ਕੰਮ ਹੋ ਗਏ, ਮਰਦਮਸ਼ੁਮਾਰੀ ਕਰ ਲਓ, ਪੋਲੀਓ ਪਿਆ ਲਓ, ਵੋਟਾਂ ਪਵਾ ਲਓ, ਵੋਟਾਂ ਬਣਾ ਦਿਓ, ਇਹੀ ਸਾਰਾ ਕੁਝ ਕਰਦੇ ਨੇ। ਤੇ ਇੱਕ ਮੈਂ ਥੋੜੀ ਜਿਹੀ ਗੱਲ ਗੋਦੀ ਮੀਡੀਆ ਨੂੰ ਵੀ ਕਹਿਣਾ ਚਾਹੁੰਦਾ ਵੀ ਤੁਸੀਂ ਕੱਲ ਤੇ ਲੱਗੇ ਹੋਏ ਆ ਵੀ ਭਾਈ ਅਨੁਸ਼ਕਾ ਸ਼ਰਮਾ ਦੇ ਘਰੇ ਨੰਨੀ ਪਰੀ ਆ ਗਈ ਆ, ਬਹੁਤ ਵਧੀਆ ਗੱਲ ਆ। ਦੇਖੋ ਸਤਿਕਾਰ ਆ ਸਾਡੇ ਮਨ ਦੇ ਵਿੱਚ, ਨਵਾਂ ਜੀ ਆਇਆ, ਪਰ ਜਿਵੇਂ ਤੁਸੀਂ ਇੱਧਰ ਜ਼ੋਰ ਲਾਉਨੇ, ਮੈਨੂੰ ਲੱਗਦਾ ਸ਼ਰੀਂ ਵੀ ਤੁਸੀਂ ਬਣ ਕੇ ਆਓਗੇ, ਮੈਨੂੰ ਲੱਗਦਾ ਵੀ ਲੋਹੜੀ ਵੀ ਤੁਸੀਂ ਪਾਉਣੀ ਐਤਕੀ। ਇਹ ਨਾ ਹੋਵੇ ਵੀ ਭਾਈ ਗੱਟਕ ਤੇ ਭੁੱਗਾ ਲੈ ਕੇ ਵੀ ਉਹਨਾਂ ਦੇ ਘਰੇ ਤੁਰ ਜਾਓ, ਰਿਓੜੀਆਂ ਵੀ। ਹਾਂ। ਜੱਜ ਦਾ ਵਿਚਾਰ। ਟਾਣਾ ਸਾਹਿਬ, ਇਸ ਕਿਸਾਨੀ ਅੰਦੋਲਨ ਦੇ ਵਿੱਚੋਂ ਬਹੁਤ ਸਾਰੀਆਂ ਦੁਖਦਾਇਕ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ, ਹਰ ਰੋਜ਼ ਆ ਰਹੀਆਂ ਨੇ, ਔਰ ਜਦੋਂ ਨਾ ਰਾਤ ਪੈਂਦੀ ਹੈ ਤੇ ਚਿੰਤਾ ਹੁੰਦੀ ਹੈ ਮਨ ਦੇ ਵਿੱਚ ਵੀ ਪਤਾ ਨਹੀਂ ਸਵੇਰ ਕਿਹੋ ਜਿਹੀਆਂ ਖਬਰਾਂ ਆਪਣੇ ਨਾਲ ਲੈ ਕੇ ਆਏਗੀ। ਪਰ ਦੁੱਖ ਦੀ ਗੱਲ ਹੈ ਕਿ ਇਹਨਾਂ ਖਬਰਾਂ ਦੇ ਵਿੱਚ ਹਰ ਰੋਜ਼ ਇਜ਼ਾਫਾ ਹੋ ਰਿਹਾ, ਹਰ ਰੋਜ਼ ਇਹ ਵੱਧ ਰਹੀਆਂ ਨੇ। ਹੁਣ ਵੀ ਇਹ ਖਬਰ ਸਾਹਮਣੇ ਆਈ ਹੈ ਕਿ ਬਹੁਤ ਸਾਰੇ ਜਿਹੜੇ ਕਿਸਾਨ ਨੇ, ਹਨਾ, ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ 70 ਦੇ ਨੇੜੇ ਤੇੜੇ ਹੁਣ ਤੱਕ ਜਿਹੜੇ ਕਿਸਾਨ ਨੇ ਉਹਨਾਂ ਦੀ ਮੌਤ ਹੋ ਚੁੱਕੀ ਹੈ ਇਸ ਕਿਸਾਨੀ ਸੰਘਰਸ਼ ਦੇ ਦੌਰਾਨ। ਔਰ ਇੱਕ ਖਬਰ ਮੈਂ ਪੜ੍ਹੀ, ਉਹਨੇ ਤਾਂ ਸੱਚੀ, ਉਹ ਪੜ੍ਹਨ ਤੋਂ ਬਾਅਦ ਗੱਜ ਭਰ ਆਇਆ। ਨਿਰਮਲ ਸਿੰਘ ਹੋਰਾਂ ਦੇ ਨਾਲ ਜੁੜੀ ਹੋਈ ਖਬਰ ਹੈ। ਇਹ ਉਹ ਕਿਸਾਨ ਹੈ ਜਿਹੜਾ ਟਿੱਕਰੀ ਬਾਰਡਰ ਤੋਂ ਵਾਪਸ ਆਪਣੇ ਘਰ ਪਰਤਿਆ ਤੇ ਘਰ ਆ ਕੇ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਔਰ ਸਭ ਤੋਂ ਵੱਡੀ ਤੁਸੀਂ ਵੇਖੋ ਵੀ ਉਸ ਪਰਿਵਾਰ ਦੇ ਉੱਪਰ, ਉਸ ਔਰਤ ਦੇ ਉੱਪਰ ਕੀ ਬੀਤ ਰਹੀ ਹੋਊਗੀ ਕਿ ਇਹਨਾਂ ਦਾ ਪਹਿਲਾਂ ਇੱਕ ਪੁੱਤ ਸੀ, ਉਸ ਪੁੱਤ ਨੂੰ ਗੁਰਦਿਆਂ ਦੀ ਬਿਮਾਰੀ ਸੀ ਔਰ ਉਹਦੇ ਇਲਾਜ ਦੇ ਉੱਪਰ 4 ਕਿੱਲੇ ਜ਼ਮੀਨ ਸੀ। ਉਹ ਜ਼ਮੀਨ ਵੇਚ ਕੇ ਤੇ ਉਹਦਾ ਇਲਾਜ ਕਰਵਾਇਆ, ਪਰ ਪੁੱਤ ਤਾਂ ਵੀ ਨਹੀਂ ਬਚ ਸਕਿਆ। ਸੋ ਪਹਿਲਾਂ ਪੁੱਤ ਗਵਾਇਆ, ਹੁਣ ਉਸ ਔਰਤ ਨੇ ਆਪਣਾ ਘਰ ਵਾਲਾ ਗਵਾਇਆ। ਸੋ ਸੋਚੋ ਵੀ ਨਾ ਪਰਿਵਾਰਾਂ ਤੇ ਕੀ ਬੀਤ। ਦੇਖੋ ਇਸੇ ਤਰੀਕੇ ਦੇ ਨਾਲ ਇੱਕ ਹੋਰ ਕਿਸਾਨ ਆ
ਜਿਹਨੇ ਘਰ ਦੇ ਵਿੱਚ ਆ ਕੇ ਖੁਦ ਨੂੰ ਗੋਲੀ ਮਾਰ ਕੇ ਤੇ ਜੀਵਨ ਲੀਲਾ ਖਤਮ ਕਰ ਲਈ। ਉਹਨੇ ਖੁਦਕੁਸ਼ੀ ਨੋਟ ਦੇ ਵਿੱਚ ਲਿਖਿਆ ਵੀ ਮੇਰੀ ਮੌਤ ਲਈ ਜ਼ਿੰਮੇਵਾਰ ਪ੍ਰਧਾਨ ਮੰਤਰੀ ਮੋਦੀ ਆ, ਉਹਦੀਆਂ ਨੀਤੀਆਂ, ਅਸੀਂ ਕਦੋਂ ਤੋਂ ਬੈਠੇ ਆ, ਕੋਈ ਹੱਲ ਨਿਕਲਣ ਦੀ ਸੰਭਾਵਨਾ ਨਹੀਂ ਨਜ਼ਰ ਆਉਂਦੀ, ਇਸ ਕਰਕੇ ਜਿਉਂ ਕਿ ਮੈਂ ਕਰਨਾ ਕੀ ਆ। ਬਿਲਕੁਲ ਸਹੀ। ਇਹ ਮਹਿਮਾ ਦੇ ਰਹਿਣ ਵਾਲੇ ਨੇ, ਫਿਰੋਜ਼ਪੁਰ ਦੇ ਵਿੱਚ ਪਿੰਡ ਹੈ ਮਹਿਮਾ, ਉੱਥੋਂ ਦੇ ਰਹਿਣ ਵਾਲੇ ਸੀ ਔਰ ਇਹਨਾਂ ਨੇ 20 ਦਸੰਬਰ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸ ਵੀ ਕੀਤੀ ਸੀ ਵੀ ਜੇਕਰ ਕੋਈ ਹੱਲ ਨਾ ਨਿਕਲਿਆ, ਜੇਕਰ ਕਿਸਾਨਾਂ ਦੀ ਗੱਲ ਨਾ ਸੁਣੀ ਗਈ ਤਾਂ ਮੈਂ ਸ਼ਹੀਦੀ ਪ੍ਰਾਪਤ ਕਰ ਲਵਾਂਗਾ। ਜਿਹੜੇ ਵੀ ਲੋਕਾਂ ਨੂੰ ਇਹ ਲੱਗਦਾ ਜੀ ਕਿ ਕਿਸਾਨ ਤਾਂ ਟਰਾਲੀਆਂ ਦੇ ਵਿੱਚ ਗੱਦੇ ਲਾਈ ਬੈਠੇ ਆ, ਇਹ ਤਾਂ ਜੀ ਧੂਣੀਆਂ ਸੇਕਦੇ ਆ, ਇਹਨਾਂ ਨੂੰ ਤਾਂ ਜੀ ਬਦਾਮ ਮਿਲਦੇ ਆ, ਇਹ ਪੀਜ਼ੇ ਤੇ ਪਾਸਤੇ ਖਾਂਦੇ ਆ, ਉਹਨਾਂ ਨੂੰ ਇਹਦੇ ਵੱਲ ਵੀ ਖਿਆਲ ਕਰਨਾ ਚਾਹੀਦਾ ਵੀ ਕਿਸਾਨ ਕਿੰਨੀ ਵੱਡੀ ਗਿਣਤੀ ਦੇ ਵਿੱਚ ਸ਼ਹੀਦੀ ਪ੍ਰਾਪਤ ਕਰ ਰਹੇ ਆ, ਕਿੰਨੀ ਵੱਡੀ ਗਿਣਤੀ ਦੇ ਵਿੱਚ ਬਿਮਾਰ ਹੋ ਰਹੇ ਆ, ਠਾਰੀ ਦੇ ਵਿੱਚ ਉਹ ਕਿਵੇਂ ਮੁਕਾਬਲਾ ਕਰ ਰਹੇ ਆ। ਸੋ ਇਹਦੇ ਵੱਲ ਜੇਕਰ ਆਪਾਂ ਖਿਆਲ ਕਰੀਏ ਨਾ ਤਾਂ ਬਾਕੀ ਜਿਹੜੀਆਂ ਸਹੂਲਤਾਂ ਉਹ ਬਿਲਕੁਲ ਨਗੂਣੀਆਂ ਜਿਹੀਆਂ ਲੱਗਦੀਆਂ। ਬਿਲਕੁਲ, ਸ਼ਾਇਦ ਉਹ ਸਹੂਲਤਾਂ ਹੀ ਇਸ ਲਈ ਦਿੱਤੀਆਂ ਜਾ ਰਹੀਆਂ ਨੇ ਤਾਂ ਜੋ ਮਾਨਸਿਕ ਤੌਰ ਦੇ ਉੱਪਰ ਜਿਹੜਾ ਇੱਕ ਪ੍ਰੈਸ਼ਰ ਪੈਂਦਾ ਨਾ, ਇੱਕ ਦਬਾਅ ਪੈਂਦਾ, ਉਹ ਦਬਾਅ ਨਾ ਪਵੇ, ਹਨਾ। ਪਰ ਇੱਕ ਬੇਨਤੀ ਜ਼ਰੂਰ ਇੱਥੇ ਕਰਨੀ ਬਣਦੀ ਹੈ ਸਾਰੇ ਕਿਸਾਨਾਂ ਨੂੰ, ਭੈਣਾਂ ਭਰਾਵਾਂ ਨੂੰ, ਕਿ ਆਪਾਂ ਇਹੋ ਜਿਹਾ ਕੋਈ ਵੀ ਕਦਮ ਨਾ ਚੁੱਕੀਏ। ਦੇਖੋ ਬਹੁਤ ਦੁੱਖ ਵਾਲੀ ਗੱਲ ਹੈ, ਅਸੀਂ ਸਮਝ ਸਕਦੇ ਹਾਂ ਕਿ ਕੀ ਦਿਮਾਗ ਦੇ ਉੱਪਰ ਬੀਤ ਰਹੀ ਹੋਊਗੀ, ਆਪਣੇ ਆਪ ਤੇ ਬੀਤ ਰਹੀ ਹੋਊਗੀ। ਆਪਣੀ ਜ਼ਿੰਦਗੀ ਨੂੰ ਖਤਮ ਕਰ ਲੈਣਾ ਸੌਖਾ ਨਹੀਂ ਹੁੰਦਾ, ਪਰ ਅਸੀਂ ਇਸ ਸਭ ਕੁਝ ਦੇ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰੀਏ, ਕਿਉਂਕਿ ਜਿਵੇਂ ਕਿਸਾਨ ਆਗੂਆਂ ਨੇ ਵੀ ਕਿਹਾ ਵੀ ਜਿੱਤ ਦਾ ਜਸ਼ਨ ਵੀ ਤਾਂ ਅਸੀਂ ਤਾਂ ਹੀ ਮਨਾ ਪਾਵਾਂਗੇ ਨਾ ਜੇ ਸਾਡੀ ਜ਼ਿੰਦਗੀ ਹੋਏਗੀ ਤਾਂ। ਸੋ ਸਾਨੂੰ ਉਸ ਜਿੱਤ ਦੀ ਉਡੀਕ ਕਰਨੀ ਚਾਹੀਦੀ ਹੈ। ਬਿਲਕੁਲ ਜੀ। ਤੇ ਦੂਜੀ ਗੱਲ ਇਹ ਆ ਕਿ ਆਪਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਖਬਰਾਂ ਪੜ੍ਹਦੇ ਆ ਵੀ ਕਿਸਾਨ ਨੇ ਖੁਦਕੁਸ਼ੀ ਕਰ ਲਈ, ਕਿਸੇ ਵੀ ਰੂਪ ਦੇ ਵਿੱਚ ਕਰ ਲਈ। ਉਹਨਾਂ ਦੇ ਘਰ ਦੇ ਵਿੱਚ ਖੁਸ਼ੀਆਂ ਥੋੜੀ ਆਉਂਦੀਆਂ। ਮੰਨ ਲਓ ਮੇਰੇ ਸਿਰ ਦੇ ਉੱਤੇ 10 ਲੱਖ ਰੁਪਏ ਦਾ ਕਰਜ਼ਾ ਤੇ ਮੈਂ ਕਰ ਲਾ ਖੁਦਕੁਸ਼ੀ, ਉਹ 10 ਲੱਖ ਰੁਪਈਆ ਵੀ ਉਵੇਂ ਹੀ ਰਹਿਣਾ ਤੇ ਮੇਰੇ ਟੱਬਰ ਦੇ ਕੋਲੇ ਕਮਾਉਣ ਵਾਲਾ ਵੀ ਕੋਈ ਨਹੀਂ ਰਹਿਣਾਗਾ। ਇਸ ਕਰਕੇ ਜ਼ਿੰਦਗੀ ਜਿਉਣ ਦੇ ਵਿੱਚ ਹੀ ਭਲਾਈ ਆ, ਜ਼ਿੰਦਗੀ ਜਿਉਣ ਦੀ ਕਲਾ ਸਿੱਖਣੀ ਚਾਹੀਦੀ ਆ। ਤੇ ਕਿਸਾਨ ਆਗੂਆਂ ਨੇ ਵੀ ਇਹ ਗੱਲ ਕਹੀ ਹੈ ਵੀ ਆਪਾਂ ਮਰਨਾ ਨਹੀਂ, ਆਪਾਂ ਲੜਨਾ, ਆਪਾਂ ਲੜਾਂਗੇ, ਜਿੱਤਾਂਗੇ ਤੇ ਜਿਹੜੇ ਲੋਕਾਂ ਨੇ ਸਾਨੂੰ ਤੰਗ ਕੀਤਾ ਉਹਨਾਂ ਦੀ ਹਿੱਕ ਦੇ ਉੱਤੇ ਦੀਵਾ ਬਾਲਾਂਗੇ। ਸੋ ਇਸ ਕਰਕੇ ਜੇਕਰ ਆਪਾਂ ਨੂੰ ਜਾਗ ਲੱਗੀ ਆ, ਹੁਣ ਚਿਟਕ ਲੱਗੀ ਹੈ ਜੇਕਰ ਹੁਣ ਸੰਘਰਸ਼ ਕਰਨ ਦੀ, ਤਾਂ ਆਪਾਂ ਮਰਨ ਬਾਰੇ ਸੋਚਣਾ ਤਿਆਗ ਗਏ। ਮਰ ਤਾਂ ਸਾਰੇ ਨਹੀਂ ਜਾਣਾ, ਮੈਂ ਵੀ ਮਰ ਜਾਣਾ, ਕਿਸੇ ਨੇ ਬਾਕੀ ਨਹੀਂ ਬਚਣਾਗਾ। ਪਰ ਗੱਲ ਇਹ ਆ ਵੀ ਕੁਦਰਤੀ ਮੌਤ ਆਉਣੀ ਜਾਂ ਕੋਈ ਹੋਰ ਕਾਰਨ ਬਣ ਗਿਆ, ਇਹ ਵੱਖਰੀ ਗੱਲ ਆ, ਪਰ ਆਪੇ ਮਰ ਜਗੇ ਇਹ ਗੱਲ ਚੰਗੀ ਨਹੀਂਗੀ। ਆਪਾਂ ਜ਼ਿੰਦਗੀ ਜਿਉਣੀ ਆ, ਆਪਾਂ ਦ੍ਰਿੜਤਾ ਦੇ ਨਾਲ ਅੱਗੇ ਵਧਣਾ, ਸਿਰੜ ਚਾਹੀਦਾ। ਹਾਂ, ਆਪਾਂ ਡਟਣਾ ਇਹਨਾਂ ਦੇ ਅੱਗੇ, ਆਪਾਂ ਮੁਕਾਬਲਾ ਕਰਨ ਦੇ ਵਿੱਚ ਵਿਸ਼ਵਾਸ ਰੱਖੀਏ। ਆਪਾਂ ਇਸ ਤਰੀਕੇ ਦੇ ਨਾਲ ਆਪਣੇ ਉੱਪਰ ਤਣਾਅ ਨੂੰ ਇੰਨਾ ਭਾਰੀ ਨਾ ਪੈਣ ਦਈਏ ਕਿ ਅਸੀਂ ਇਹੋ ਜਿਹਾ ਕੁਝ ਵੀ ਕਰਨ ਬਾਰੇ ਸੋਚੀਏ। ਦੇਖੋ, ਪਰ ਇੱਕ ਦੁੱਖ ਦੀ ਗੱਲ ਹੋਰ ਹੈ ਟਾਣਾ ਸਾਹਿਬ, ਉਹ ਇਹ ਹੈ ਕਿ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੂੰ ਅਮਰੀਕਾ ਦੇ ਵਿੱਚ ਜੋ ਕੁਝ ਹੋਇਆ ਬਹੁਤ ਮਾੜਾ ਸੀ। ਇਹ ਨਹੀਂ ਕਹਿੰਦੇ ਕਿ ਉਹ ਠੀਕ ਸੀ, ਹੋਇਆ ਬਹੁਤ ਮਾੜਾ, ਇਹ ਕਿਤੇ ਵੀ ਨਹੀਂ ਹੋਣਾ ਚਾਹੀਦਾ ਦੁਨੀਆ 'ਚ। ਪਰ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੂੰ ਉਹ ਹੋਇਆ ਮਾੜਾ ਤਾਂ ਦਿਖ ਗਿਆ, ਪਰ ਹਰ ਰੋਜ਼ ਜੋ ਦਿੱਲੀ ਦੇ ਵਿੱਚ ਹੋ ਰਿਹਾ ਉਹ ਕਿਤੇ ਵੀ ਨਹੀਂ ਨਜ਼ਰ ਆ ਰਿਹਾ। ਉਹਨਾਂ ਦੇ ਮੂੰਹੋਂ ਇੱਕ ਵਾਰ ਵੀ ਕੋਈ ਬੋਲ ਇਹੋ ਜਿਹੇ ਨਹੀਂ ਨਿਕਲੇ ਕਿ ਮੈਨੂੰ ਬਹੁਤ ਦੁੱਖ ਹੈ, ਜੋ ਕੁਝ ਵਾਪਰ ਰਿਹਾ ਹੈ ਬਹੁਤ ਗਲਤ ਹੋ ਰਿਹਾ ਹੈ ਤੇ ਇਦਾਂ ਕਿਰਪਾ ਕਰਕੇ ਨਾ ਕਰੋ। ਨਹੀਂ, ਮੈਂ ਤਾਂ ਖੁਦ ਹੈਰਾਨ ਆ ਇਹਨਾਂ ਗੱਲਾਂ ਦੇ ਉੱਤੇ ਵੀ ਜਿਹੜੇ ਬੰਦੇ ਦੇ ਉੱਤੇ ਅਸੀਂ ਸੈਂਕੜੇ ਕਰੋੜ ਰੁਪਇਆ ਲਾਤਾ ਇਧਰ ਆਏ ਦੇ ਜੀ, ਤੇ ਉਸ ਬੰਦੇ ਨੂੰ ਅਮਰੀਕਾ ਵਾਲੇ ਜਿਹੜੇ ਹੁਣ ਬੇਰਾਂ ਵੱਟੇ ਨਹੀਂ ਸਿਆਣਦੇ, ਤੇ ਸਾਡੀ ਨਜ਼ਰ ਦੇ ਵਿੱਚ ਉਹ ਬਹੁਤ ਕੋਈ ਤੋਪ ਸੀਗੀ। ਇਹ ਵੀ ਸਾਡਾ ਪੈਸਾ ਹੀ ਸੀ, ਲੋਕਾਂ ਦਾ ਪੈਸਾ ਸੀ, ਇਹ ਕਿਹੜਾ ਕਿਸੇ ਨੇ ਵਿਦੇਸ਼ੀ ਫੰਡਿੰਗ ਚੋਂ ਲਿਆ ਸੀ। ਸਾਡੇ ਤਾਂ ਵੀਰੇ ਕਹਿ ਦਿੰਦੇ ਆ ਜੇ ਕੋਈ ਬਾਹਰੋਂ ਭੈਣਾ ਵੀਰ ਭੇਜਦੇ ਆ ਨਾ ਪੈਸੇ, ਉਹ ਲੰਗਰ ਲਈ ਭੇਜਦੇ ਆ, ਦਸਵੰਧ ਦੇ ਰਾਹੀਂ ਲੀੜੇ ਲੱਤੇ ਲਈ ਭੇਜ ਦਿੰਦੇ ਆ, ਕੋਈ ਹੋਰ ਕੰਮ ਕਾਜ ਦੇ ਲਈ ਭੇਜ ਦਿੰਦਾ, ਉਹ ਤਾਂ ਲੱਗਦੀ ਵਿਦੇਸ਼ੀ ਫੰਡਿੰਗ। ਤੇ ਜਿਹੜੀਆਂ ਤੁਸੀਂ ਆ ਪਾਰਟੀਆਂ ਚਲਾਉਨੇ ਆ, ਜਿਹੜੀਆਂ ਚੋਣਾਂ ਲੜਦੇ ਆ, ਆ ਜਿਹੜੇ ਜਹਾਜ਼ ਜੂਝੇ ਲੈ ਲੈਨੇ ਆ, ਆ ਜਿਹੜਾ ਤੁਸੀਂ ਟਰੰਪ ਦਾ ਸਵਾਗਤ ਕੀਤਾ ਸੀ, ਇਹ ਦੱਸੋ ਤੁਸੀਂ ਛੋਲੀਆਂ ਵੇਚਿਆ ਸੀ ਉਦੋਂ? ਬਿਲਕੁਲ ਸਹੀ, ਤੁਸੀਂ ਵੀ ਤਾਂ ਕੁਛ ਨਾ ਕੁਛ ਐਂ ਕੀਤਾ ਨਾ ਜੀ। ਨਾਲੇ ਚਲੋ ਸਭ ਨੂੰ ਵਧਾਈਆਂ ਵੀ ਦੇ ਦਈਏ ਵੀ 25 ਪੈਸੇ ਪਰ ਲੀਟਰ ਪੈਟਰੋਲ ਵੀ ਵੱਧ ਗਿਆ ਪੰਜਾਬ ਦੇ ਵਿੱਚ ਜੀ, ਇਹ ਰੇਟ ਵੀ ਵੱਧ ਗਿਆ। ਤੇ ਚਲੋ ਹੁਣ ਜੇਬਾਂ ਹੋਰ ਹਲਕੀਆਂ ਕਰਨੀਆਂ ਸ਼ੁਰੂ ਕਰ ਦੋ, ਹਾਲੇ ਤਾਂ ਅੱਗੇ ਅੱਗੇ ਵੇਖੋ ਹੁੰਦਾ ਕੀ। ਸੋ ਬਾਕੀ ਫਿਲਹਾਲ ਆਪਾਂ ਹੁਣ ਚੱਲੀਏ। ਬਿਲਕੁਲ ਜੀ, ਸਾਡੇ ਜਾਣ ਦਾ ਹੋ ਗਿਆ ਵੇਲਾ ਜੀ। ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤੇ ਪਹੁੰਚਾਇਓ। ਦੋਵਾਂ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਜੱਜ ਦਾ ਵਿਚਾਰ।